हाँ जी, सत श्री अकाल साਰਿਆਂ ਨੂੰ। तो ਹੁਣ ਆਪਾਂ ਇੱਕ ਹੋਰ ਸਟੂਡੈਂਟ ਦੇ ਨਾਲ ਗੱਲ ਕਰਨ ਵਾਲੇ ਆ। तो ਕਰਨ ਸ਼ਰਮਾ ਉਹਨਾਂ ਦਾ ਨਾਮ ਹੈ। तो ਆਪਾਂ ਜਾਣਦੇ ਹਾਂ ਕਿ ਉਹਨਾਂ ਦੇ ਕੀ ਵਿਚਾਰ ਨੇ, ਉਹਨਾਂ ਨੇ ਕਿਵੇਂ ਤਿਆਰੀ ਕੀਤੀ ਤੇ ਕਿਵੇਂ ਇਸ ਮੁਕਾਮ ਤੱਕ ਉਹ ਪਹੁੰਚੇ। ਵੈਲਕਮ ਕਰਨ। ਥੈਂਕ ਯੂ ਸੋ ਮਚ। ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਤੇ ਪਹਿਲਾਂ ਤਾਂ ਮੈਂ ਬਹੁਤ ਬਹੁਤ ਮੁਬਾਰਕਾਂ ਦੇਣੀਆਂ ਚਾਹੂੰਗਾ ਤੇ ਤੁਹਾਨੂੰ ਇਸ ਕਾਮਯਾਬੀ ਲਈ। तो ਪਹਿਲਾਂ ਮੈਂ ਇਹ ਪੁੱਛਣਾ ਚਾਹੂੰਗਾ ਤੁਸੀਂ ਤਿਆਰੀ ਸ਼ੁਰੂ ਕਿਦੋਂ ਕੀਤੀ? ਸਰ ਮੈਨੂੰ ਐਕਚੁਅਲੀ ਜਦੋਂ ਨੋਟੀਫਿਕੇਸ਼ਨ ਆਈ ਹੈ ਹਾਂਜੀ ਉਸ ਤੋਂ ਬਾਅਦ ਮੈਂ ਫਿਰ ਪਟਵਾਰੀ ਦੇ ਆਪਣੇ ਫੋਕਸਲੀ ਇਹਦੀ ਤਿਆਰੀ ਕੀਤੀ। अच्छा ठीक है। तो पूरे प्रोसैस के दौरान ਤੁਹਾਡਾ ਕੀ एक्सपीरियंस रहा? प्रोसैस कितना टफ लग्या या ਤੁਹਾਨੂੰ ਕਿੰਨਾ ਬਦਲਾਅ ਕਰਨਾ ਪਿਆ ਆਪਣੀ ਸਟ੍ਰੈਟਜੀ ਦੇ ਵਿੱਚ? ਸਰ ਜਿਵੇਂ ਕਿ ਮੇਰਾ ਕੁਆਂਟਰ ਸੈਕਸ਼ਨ ਥੋੜਾ ਵੀਕ ਸੀਗਾ ਤੇ ਕਰੰਟ ਅਫੇਅਰਸ ਲਈ ਮੈਂ ਗਿਆਨਮ ਨੂੰ ਫੋਲੋ ਕਰਦਾ ਟੀਚਰਸ ਦਾ ਜਿਨ੍ਹਾਂ ਨੇ ਗਾਈਡ ਕੀਤਾ ਸਾਨੂੰ, ਗੌਰਵ ਸਰ ਦਾ ਤੇ ਆਪਣੇ ਪੇਰੈਂਟਸ ਦਾ ਤੇ ਫਰੈਂਡਸ ਦਾ ਜਿਨ੍ਹਾਂ ਨੇ ਹਮੇਸ਼ਾ ਸਾਥ ਦਿੱਤਾ। ठीक है, थैंक यू फॉर योर। ਕੀ ਹਾਲ ਚਾਲ ਹੈ ਜੀ? ਵਧੀਆ ਵਧੀਆ ਤੁਸੀਂ। तो ਪਹਿਲਾਂ ਤਾਂ ਮੈਂ ਪੁੱਛੂੰਗਾ ਕਿਵੇਂ ਫੀਲ ਕਰ ਰਹੇ ਹੋ ਕਾਮਯਾਬੀ ਦੇ ਨਾਲ ਜਾਂ ਇਸ ਪ੍ਰੋਸੈਸ ਦੇ ਪੂਰੇ ਹੋਣ ਦੇ ਨਾਲ? ਸਰ ਫੀਲਿੰਗ ਤਾਂ ਇਹ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਅੱਛਾ ਜਿਹੜੀ ਫੀਲਿੰਗ ਆਉਂਦੀ ਹੈ ਕਿਉਂਕਿ ਜਦੋਂ ਤੁਸੀਂ ਮਿਹਨਤ ਤੋਂ ਬਾਅਦ ਕੋਈ ਮੁਕਾਮ ਹਾਸਲ ਕਰਦੇ ਹੋ ਤਾਂ ਉਹਦੀ ਫੀਲਿੰਗ ਦੇ ਨਾਲ ਇਹ ਫੀਲਿੰਗ ਹੈ। तो ਕਿੰਨੇ ਟਾਈਮ ਤੋਂ ਤੁਸੀਂ ਤਿਆਰੀ ਕਰ ਰਹੇ ਸੀ? ਸਰ ਐਕਚੁਅਲੀ 2016 ਦੇ ਵਿੱਚ ਵੀ ਮੈਂ ਦਿੱਤੇ ਸੀ ਪੇਪਰ। ਅੱਛਾ ਜੀ। ਉਦੋਂ ਥੋੜਾ ਜਿਹਾ ਮੇਰੇ ਅਪੈਂਡਿਕਸ ਆਪਰੇਟ ਕਰਕੇ ਪੀਕ ਟਾਈਮ ਸੀ ਜਦੋਂ, ਅੱਛਾ ਤੇ ਉਹ ਟਾਈਮ ਲੰਘ ਗਿਆ ਹੈ ਨਾ। ਠੀਕ ਹੈ। ਹੁਣ ਜਦੋਂ ਨੋਟੀਫਿਕੇਸ਼ਨ ਆਇਆ ਸੀ ਮੈਂ ਫਿਰ ਤਿਆਰੀ ਉਸ ਤੋਂ ਸ਼ੁਰੂ ਕੀਤੀ ਸੀ। ਅੱਛਾ ਤੇ ਪੂਰੇ ਪ੍ਰੋਸੈਸ ਦੇ ਵਿੱਚ ਤੁਸੀਂ ਸਭ ਤੋਂ ਜ਼ਿਆਦਾ ਫੋਕਸ ਕਿਹੜੇ ਸਬਜੈਕਟ ਤੇ ਕੀਤਾ ਜਾਂ ਤੁਹਾਨੂੰ ਕਿਹੜੇ ਸਬਜੈਕਟ ਨੇ ਜ਼ਿਆਦਾ ਅਟੈਂਸ਼ਨ ਮੰਗੀ ਤੁਹਾਡੀ? ਮੇਰਾ ਟੈਨਸ਼ਨ ਜ਼ਿਆਦਾ ਤਾਂ ਜਨਰਲ ਨੌਲੇਜ ਜਾਂ ਜਨਰਲ ਸਟੱਡੀਜ਼ ਨੇ ਮੰਗੀ। ਬਾਕੀ ਮੈਥ ਮੇਰਾ ਠੀਕ ਸੀਗਾ। ਅੱਛਾ ਜੀ। ਤੇ ਗਿਆਨਮ ਦਾ ਮੈਂ ਆਨਲਾਈਨ ਕੋਰਸ ਲਿਆ ਸੀ, ਆਨਲਾਈਨ ਮੌਕ ਟੈਸਟ ਸੀਰੀਜ਼ ਉਹਨਾਂ ਨੇ ਮੈਨੂੰ ਬਹੁਤ ਕੀ ਹਾਲ ਚਾਲ ਹੈ ਰਜੇ? ਬਹੁਤ ਤੋ ਕੀ ਤੁਹਾਡੀ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਇਸ ਕਾਮਯਾਬੀ ਲਈ। ਅੱਛਾ ਠੀਕ ਹੈ, ਥੈਂਕ ਯੂ। तो मैं पहले ये पूछना चाहूँगा तैयारी कदों शुरू की थी? ਸਰ ਐਕਚੁਅਲੀ ਮੈਂ ਤਿਆਰੀ 2016 ਦੀ ਕਰ ਰਿਹਾ ਸੀ। 2016 ਹਾਂ ਬੈਂਕਿੰਗ ਤਿਆਰੀ ਕਰ ਰਿਹਾ ਸੀ, ਮਤਲਬ ਉਸ ਦਾ ਐਗਜ਼ਾਮ ਦੇ ਕੁਆਲੀਫਿਕੇਸ਼ਨ ਹੋ ਪਾਈ ਸੀ ਤੇ 2017 ਟੈਸਟ ਦਿੱਤੇ ਸੈਣੀ ਕੁਆਲੀਫਾਈ ਹੋ ਗਏ। ਉਸ ਤੋਂ ਬਾਅਦ ਗਿਆਨਮ ਨਾਲ ਜੁੜਿਆ ਹਾਂ ਤੇ ਇਸ ਵਿੱਚ ਆਪਾਂ ਜੀਕੇ ਦਾ ਬੈਟਰ ਬਹੁਤ ਵਧੀਆ ਲੱਗਿਆ। ਮੈਨੂੰ ਜੀਕੇ ਬਿਲਕੁਲ ਵੀ ਨਹੀਂ ਆਉਂਦੀ ਸੀ। ਅੱਛਾ। ਕਿ ਜੀਕੇ ਕਿਸ ਤਰ੍ਹਾਂ ਹੁੰਦਾ ਹੈ, ਗਿਆਨਮ ਕੋਰਸ ਪਰਚੇਸ ਕਰੇ ਕੋਚਿੰਗ ਲਈ ਸਪੋਰਟ ਕਰੇ। ਅੱਛਾ तो ठीक है। इस पूरे प्रोसैस ਦੇ ਦੌਰਾਨ ਇੱਕ ਤਾਂ ਤੁਹਾਨੂੰ ਜੀਕੇ ਤੇ ਖਾਸ ਗੱਲ ਇਹ ਹੈ ਕਿ ਤੁਸੀਂ ਬਹੁਤ ਸਾਰੀਆਂ ਨਾਕਾਮਯਾਬੀਆਂ ਤੋਂ ਬਾਅਦ ਇਹ ਕਾਮਯਾਬੀ ਹਾਸਲ ਕੀਤੀ ਹੈ ਤੇ ਕਹਿੰਦੇ ਆ ਕਿ ਜਦੋਂ ਬਹੁਤ ਮਿਹਨਤ ਤੋਂ ਬਾਅਦ ਅਸਫਲਤਾਵਾਂ ਤੋਂ ਬਾਅਦ ਸਫਲਤਾ ਮਿਲਦੀ ਹੈ ਉਹਦਾ ਸਵਾਦ ਹੀ ਡਿਫਰੈਂਟ। ਸਰ ਸਵਾਦ ਬਹੁਤ ਡਿਫਰੈਂਟ ਨਾ ਵਕਤ ਚਾਹੇ ਉਹ ਫੀਲਿੰਗ ਐਕਸਪ੍ਰੈਸ ਨਹੀਂ ਕਰ ਸਕਦੇ। ਇਸ ਟਾਈਮ ਵਿੱਚ ਮੇਰੇ 4 ਟੈਸਟ ਕੁਆਲੀਫਾਈ ਹੈ ਪੀਐਸਪੀਸੀਐਲ ਕੋਆਪਰੇਟਿਵ ਬੈਂਕ ਪਟਵਾਰੀ ਤੇ ਜਿਹੜਾ ਪੀਐਸਪੀਸੀਐਲ ਪਲੱਸ 200 ਰੈਂਕ ਤੇ ਮੇਰਾ ਸਰ। ਬਹੁਤ ਬਹੁਤ ਮੁਬਾਰਕਾਂ ਤੁਹਾਨੂੰ। तो ਪਹਿਲਾਂ ਤਾਂ ਮੈਂ ਇਹ ਪੁੱਛੂੰਗਾ ਅੱਜ ਦੇ ਜਿਹੜੇ ਸਟੂਡੈਂਟਸ ਨੇ ਜਿਹੜੇ ਪੰਜਾਬ ਦੇ ਗਵਰਨਮੈਂਟ ਜੌਬ ਦੀ ਤਿਆਰੀ ਕਰ ਰਹੇ ਨੇ ਤੁਸੀਂ ਉਹਨਾਂ ਨੂੰ ਕੀ ਟਿਪਸ ਦੇਣਾ ਚਾਹੋਗੇ ਜਾਂ ਕੀ ਕਹੋਗੇ ਫੋਕਸ ਕਰੋ? ਸਰ ਮੈਂ ਟਿਪ ਇਹ ਚਾਹੁੰਦਾ ਕਿ ਹਾਰਡ ਵਰਕ ਨਾਲ ਸਮਾਰਟ ਵਰਕ ਕਰਨਾ ਬਹੁਤ ਜ਼ਰੂਰੀ ਹੈ। ਸਮਾਰਟ ਵਰਕ ਸਮੇਂ ਕਿ ਆਪਣਾ ਟੈਸਟ ਵਿੱਚ ਲੈਣੀ ਚਾਹੀਦੀ ਹੈ। ਬੈਸਟ ਇੰਸਟੀਟਿਊਟ ਆਪਣਾ ਗਿਆਨਮ ਹੈ, ਹੋਰ ਵੀ ਬਹੁਤ ਨੇ ਬਟ ਬਾਕੀ ਟੈਸਟ ਪਰਚੇਸ ਕਰਕੇ ਦੇਖੋ ਉਹਦਾ ਬੈਸਟ ਰਿਜ਼ਲਟ ਨਹੀਂ ਆਇਆ ਆਪਾਂ ਜੋ ਆਪਣਾ ਗਿਆਨਮ ਦਾ ਸਕਸੈਸ ਲਈ ਲੈਂਡ ਪਰਚੇਸ ਟੈਸਟ ਕਰਕੇ ਆਪਣਾ ਰਿਜ਼ਲਟ ਬੈਸਟ ਨਹੀਂ ਹੈ। ਠੀਕ ਹੈ, ਚਲੋ ਮਤਲਬ ਤੁਸੀਂ ਕਹਿ ਰਹੇ ਹੋ ਸਟੂਡੈਂਟਸ ਨੂੰ ਟੈਸਟ ਸੀਰੀਜ਼ ਤੇ ਬਹੁਤ ਜ਼ਿਆਦਾ ਫੋਕਸ ਕਰਨਾ ਚਾਹੀਦਾ ਸਮਾਰਟ ਵਰਕ। ਠੀਕ ਹੈ, ਥੈਂਕ ਯੂ ਰਜਤ, ਥੈਂਕ ਯੂ ਫॉर योर ਟਾਈਮ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਤੇ ਹੁਣ ਮੈਂ ਜਿਹੜੇ ਸਟੂਡੈਂਟ ਦੇ ਨਾਲ ਤੁਹਾਨੂੰ ਰੂਬਰੂ ਕਰਾਉਣ ਜਾ ਰਿਹਾ ਉਹਨਾਂ ਦਾ ਨਾਮ ਅਮਰਜੀਤ ਸਿੰਘ ਹੈ। ਉਹ ਇੱਕ ਗਿਆਨਮ ਦੇ ਬਹੁਤ ਹੀ ਖਾਸ ਸਟੂਡੈਂਟ ਨੇ। ਮੈਨੂੰ ਲੱਗਦਾ ਹੈ ਜੇ ਸਟੂਡੈਂਟ ਨੇ ਮੈਨੂੰ ਸਭ ਤੋਂ ਵਾਰ ਡਾਊਟਸ ਪੁੱਛੇ ਹੋਣਗੇ ਜਾਂ ਸਭ ਤੋਂ ਵਾਰ ਕਾਲ ਕਰਕੇ ਆਪਦੇ ਸਵਾਲਾਂ ਦੇ ਹੱਲ ਮੰਗੇ ਹੋਣਗੇ ਭਾਵੇਂ ਕਿਹੜਾ ਵੀ ਟਾਈਮ ਹੋਵੇ ਉਹਨਾਂ ਦੇ ਵਿੱਚੋਂ ਇੱਕ ਨਾਮ ਅਮਰਜੀਤ ਦਾ ਨਾਮ ਆਊਗਾ। ਤਾਂ ਉਹਨਾਂ ਨਾਲ ਮੈਂ ਤੁਹਾਨੂੰ ਰੂਬਰੂ ਕਰਾਉਣਾ ਤੇ ਤੁਹਾਨੂੰ ਉਹਨਾਂ ਦੇ ਵਿਚਾਰ ਵੀ ਜ਼ਰੂਰ ਸਾਂਝੇ ਕਰਵਾਉਂਗਾ ਕਿ ਉਹਨਾਂ ਨੇ ਇਸ ਮੁਕਾਮ ਤੱਕ ਕਿਸ ਤਰੀਕੇ ਦੇ ਨਾਲ ਇਸ ਮੁਕਾਮ ਤੱਕ ਪਹੁੰਚੇ। ਹੈਲੋ ਅਮਰਜੀਤ, ਆ ਜਾਓ। ਬਹੁਤ ਬਹੁਤ ਮੁਬਾਰਕਾਂ। ਥੈਂਕ ਯੂ ਸਰ, ਥੈਂਕ ਯੂ ਸੋ ਮਚ। ਤੁਹਾਡੇ ਕਰਕੇ ਸਰ ਮੈਂ ਇੱਥੇ ਤੱਕ ਪਹੁੰਚ ਸਕਿਆ, ਅਦਰਵਾਈਜ਼ ਮੈਂ ਟੈਸਟ ਨੂੰ ਸ਼ਾਇਦ ਕਰੈਕ ਨਾ ਕਰਦਾ। ਗਿਆਨਮ ਦੇ ਕਰੰਟ ਅਫੇਅਰ ਦੀ ਗੱਲ ਕਰ ਲਓ, ਚਾਹੇ ਤੁਸੀਂ ਜਿਹੜੇ ਹਿਸਟਰੀ ਦੀ ਗੱਲ ਕਰ ਲਓ, ਫਿਜ਼ਿਕਸ ਜਿਹੜੇ ਹੋਰ ਸਬਜੈਕਟ ਆ ਉਹਨਾਂ ਦੀ ਗੱਲ ਕਰ ਲਓ, ਮਾਡਰਨ ਹਿਸਟਰੀ ਦੀ ਗੱਲ ਕਰ ਲਓ, ਉਹ ਸਾਰੀ ਇੰਨੀ ਜ਼ਿਆਦਾ ਵਧੀਆ ਡਿਟੇਲ ਦੇ ਵਿੱਚ ਕਰਵਾਈ। ਮੈਨੂੰ ਅੱਜ ਵੀ ਯਾਦ ਆ ਉਹ ਲੈਕਚਰ ਸਾਰੇ, ਮੈਨੂੰ ਅੱਜ ਵੀ ਉੱਦਾਂ ਦੇ ਉੱਦਾਂ ਮੈਨੂੰ ਯਾਦ ਆ। ਤੇ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਜੀ, ਗਿਆਨਮ ਦਾ ਸਟਾਫ ਸਾਰੇ ਚੰਡੀਗੜ੍ਹ ਦੇ ਜਿੰਨੇ ਇੰਸਟੀਚਿਊਟਸ ਆ, ਮੈਂ ਹੋਰ ਇੰਸਟੀਚਿਊਟ ਦੇ ਵੀ ਕੋਰਸ ਕੀਤੇ ਆ, ਮੈਂ ਉਹਨਾਂ ਕੋਲੋਂ ਵੀ ਲਾਈਵ ਜਿਹੜੇ ਸੀਰੀਜ਼ ਲਈਆਂ ਸੀ। ਪਰ ਮੈਨੂੰ ਪਤਾ ਜਦੋਂ ਮੈਂ ਉਹਨਾਂ ਨੂੰ ਕਦੇ ਕੁਐਰੀ ਲਈ ਫੋਨ ਮੈਸੇਜ ਕਰਦਾ ਸੀ, ਅੱਗਿਓਂ ਮੈਨੂੰ ਜੇ ਮੈਂ 6 ਵਜੇ ਤੋਂ ਬਾਅਦ ਕਰਦਾ ਮੈਨੂੰ ਅੱਗੇ ਰਿਪੋਰਟ ਮੈਸੇਜ ਆ ਜਾਂਦਾ ਸੀ ਤੁਸੀਂ ਹੁਣ ਕੋਲ ਮੈਸੇਜ ਨਹੀਂ ਕਰ ਸਕਦੇ। ਸਰ ਮੈਨੂੰ ਯਾਦ ਆ ਮੈਂ ਬੈਠ ਕੇ ਰਾਤ ਪੜ੍ਹ ਰਿਹਾ ਸੀ 12-12:30 ਵਜੇ। ਮੇਰੀ ਟੀਚਰਸ ਨਾਲ ਇਹ ਹੁੰਦਾ ਸੀਗਾ, ਮੈਂ ਸਾਨੂੰ ਸਾਰਿਆਂ ਨੂੰ ਕਿਹਾ ਸੀਗਾ ਵੀ ਕੁਐਰੀਜ਼ ਹੋਣਗੀਆਂ ਪਲੀਜ਼ ਗੁੱਸਾ ਨਾ ਕਰੋ। ਮੈਂ ਸਰ ਰਾਤ ਨੂੰ 12:30 ਵਜੇ ਹਰਮਨ ਸਰ ਦੇ ਫੋਨ 'ਤੇ ਮੈਸੇਜ ਕੀਤਾ ਕਿ ਸਰ ਮੇਰੀ ਆਹ ਕੁਐਰੀ ਆ। ਮੈਨੂੰ ਸੀਗਾ ਵੀ ਚਲੋ ਜਦੋਂ ਵੀ ਸਰ ਫਰੀ ਹੋਣਗੇ ਮੈਨੂੰ ਰਿਪੋਰਟ ਕਰ ਦੇਣਗੇ। ਸਰ ਨੇ 12:30 ਹੀ ਮੈਨੂੰ ਰਿਪੋਰਟ ਕੀਤਾ ਰਾਤ 12:30 ਵਜੇ। ਮੈਂ ਹੈਰਾਨ ਰਹਿ ਗਿਆ। ਮੈਂ ਇਹ ਗੱਲ ਬਹੁਤ ਬੰਦਿਆਂ ਨੂੰ ਦੱਸੀ ਹੈ।
ਦਿੱਤੇ ਨੇ। ਮੈਂ ਬੜਾ ਇਸ ਗੱਲ ਦਾ ਥੈਂਕਫੁਲ ਹਾਂ ਤੁਹਾਡਾ, ਤੁਸੀਂ ਬਾਰ-ਬਾਰ ਵਰਡ ਕੀਤਾ। ਅਸੀਂ ਕੋਈ ਚੀਜ਼ ਸੋਚਦੇ ਹਾਂ ਕਿ ਸਟੂਡੈਂਟਸ ਆ ਜਿਹੜੇ ਉਹਨਾਂ ਦੀਆਂ ਪ੍ਰੋਬਲਮ ਜਲਦੀ ਤੋਂ ਜਲਦੀ ਦੂਰ ਹੋਣ, ਤੇ ਜੇ ਸਾਡੇ ਇੱਕ ਮੈਸੇਜ ਕਰਨ ਦੇ ਨਾਲ ਤੁਹਾਡੀ ਜਿਹੜੀ ਪ੍ਰੋਬਲਮ ਹੈ ਦੂਰ ਹੋ ਰਹੀ ਹੈ ਤਾਂ ਆਈ ਥਿੰਕ ਐਜ਼ ਅ ਟੀਚਰ ਸਾਡੀ ਵੀ ਰਿਸਪੌਂਸਿਬਿਲਿਟੀ। ਬਿਲਕੁਲ ਬਿਲਕੁਲ। ਤੋ ਠੀਕ ਹੈ ਅਮਰਜੀਤ, ਤੇ ਹੁਣ ਤੁਹਾਨੂੰ ਸਟੇਸ਼ਨ ਕਿਹੜਾ ਅਲਾਟ ਹੋਇਆ ਤੇ ਅੱਗੇ ਕੀ? ਮੈਂ ਸਰ ਮੇਰਾ ਡਿਸਟ੍ਰਿਕਟ ਵੈਸੇ ਵੀ ਹੁਸ਼ਿਆਰਪੁਰ ਹੈ ਤੇ ਮੈਨੂੰ ਹੁਸ਼ਿਆਰਪੁਰ ਹੀ ਲੋਟ ਹੋਇਆ। ਅੱਛੇ ਮਾਰਕਸ ਆਏ ਸੀਗੇ ਤੇ ਹੁਸ਼ਿਆਰਪੁਰ ਮੈਨੂੰ ਮਿਲ ਗਿਆ ਸੀ। तो बहुत सारे बच्चे हजे भी तैयारी कर रहे हैं, हम तैयारी शुरू कर रहे हैं या सोच रहे हैं असी भी तैयारी करिए, उन्होंने तुसीं की बेसिक टिप्स देनिया चाहोगे कि वो गलतियां ना करन ते की उन्होंने करना चाहिए? बिल्कुल सर, मैं ये दस्सण विच बड़ी वधिया गल है। देखो सब नूं वड्डी गल स्टूडेंट्स की कर रहे अज के टाइम में, देखो इंस्टीट्यूट बहुत है। कोई इंस्टीट्यूट इदां दा हैगा भी 600 रुपये दे विच 700 रुपये दे विच 35 36 मौक देगा। एक साडा ज्ञानम सी जिन्हें 2000 दे विच मौक दित्ता, ਮੌਕ ਸੀਗੀ ਦਿੱਤੀ ਆ ਤੇ ਉਹ ਵੀ 20 ਨਹੀਂ 30 ਮੌਕ ਸੀ ਉਹਦੇ ਵਿੱਚ। ਹੁਣ ਹਰ ਬੰਦਾ ਕਹੂਗਾ ਵੀ ਯਾਰ ਮੈਂ ਤਾਂ 600 ਦੀ ਮੌਕ ਲੈ ਲੂੰਗਾ, ਮੈਨੂੰ ਕੀ ਲੋੜ ਆ 2000 ਰੁਪਏ ਦੇਣ ਦੀ। ਸਰ ਤੁਸੀਂ ਕੁਆਲਿਟੀ ਦੇਖੋ, ਮੌਕ ਦੀ ਕੁਆਲਿਟੀ ਦੇਖੋ। ਮੈਂ ਉਸ ਇੰਸਟੀਚਿਊਟ ਦਾ ਨਾਮ ਨਹੀਂ ਲਊਂਗਾ, ਬਟ 36 ਮੌਕ ਦਿੱਤੇ ਸੀਗੇ। ਉਹ 36 ਮੌਕ ਦੇ 36 ਮੌਕ ਵਿੱਚ ਇੱਕ ਵੀ ਕੁਐਸਚਨ ਨਹੀਂ ਆਇਆ, ਇੱਕ ਵੀ ਕੁਐਸਚਨ। ਮੇਰਾ 36 ਮੌਕ ਦੇ 18 ਦਿਨ ਮੇਰੇ ਵੇਸਟ ਹੋਏ ਆ। ਮੈਂ ਰੋਜ਼ ਦੇ 2 ਮੌਕ ਕਰਦਾ ਸੀ, 18 ਦਿਨ ਮੇਰੇ ਵੇਸਟ ਹੋਏ ਆ। देखो पर ज्ञानम के जोड़े मौक से इन्होंने नाल वीडियो सोल्यूशन भी देते, जी चीज़ सर नहीं पता लगती थी वीडियो सोल्यूशन आप देख लेंगे थे। क्वालिटी टीचर सीगे अपने को। तो वड्डी गल है जी क्वालिटी ते ध्यान दो, ते क्वालिटी जो चंगी मिलती है बिट ऑब्वियस होनी प्राइसिंग भी ज़्यादा ही होती है, पर वो पिछे कोई ना कोई कारण जुड़िया होंगे, मेहनत जुड़ी होती है। ठीक है जी, तो अमरजीत बहुत बहुत शुक्रिया तुहाडे विचार तुसीं साझे कीते। मैनूं उम्मीद है कि ये सारियां गल्लां तो बहुत सारे नवे एस्पिरेंट्स नूं एक उम्मीद मिलूगी ते एक सेध मिलूगी कि असीं किस तरीके नाल तैयारी करें। बिल्कुल सर, बिल्कुल सर। ਕੁਝ ਸਾਲਾਂ ਬਾਅਦ ਅਸੀਂ ਦੇਖਿਆ ਪਟਵਾਰੀ ਪ੍ਰੀਖਿਆ ਦੌਰਾਨ ਤੁਸੀਂ ਹੁਣ ਲਾ ਲਓ ਇਹਨੂੰ ਪੰਜਾਬ ਸਰਕਾਰ ਦੀ ਬਦਇਲਜ਼ਾਮੀ ਕਹਿ ਲਓ ਜਾਂ ਸਟੂਡੈਂਟਸ ਦਾ ਜਨੂਨ ਕਹਿ ਲਓ। ਅਸੀਂ ਦੇਖਿਆ ਸੀ ਨਿਊਜ਼ਪੇਪਰ 'ਚ ਬੱਸਾਂ ਤੇ ਮਤਲਬ ਛੱਤਾਂ 'ਤੇ ਚੜ੍ਹ ਕੇ ਜਾ ਰਹੇ ਸੀ ਸਟੂਡੈਂਟਸ, ਤੇ ਉਸ ਟਾਈਮ ਸਿਰਫ एग्जाम सेंटर ਤੇ ਪਹੁੰਚਣਾ ਹੀ ਬਹੁਤ ਵੱਡੀ ਉਪਲਬਧੀ ਸੀ। ਲਾਈਕ ਇਟ ਵਾਸ ਨਾਟ ਈਜ਼ੀ ਟੂ ਗੈਟ ਟੂ ਦ ਐਗਜ਼ਾਮ ਸੈਂਟਰ। ਸਟੂਡੈਂਟਸ ਬਹੁਤ ਲੇਟ ਹੋ ਗਏ ਸੀ ਐਗਜ਼ਾਮ ਸੈਂਟਰ ਤੇ, ਬਟ ਉਹ ਉਪਲਬਧੀ ਤੇ ਛੱਡੋ, ਤੁਸੀਂ ਐਗਜ਼ਾਮ ਕਲੀਅਰ ਕਰ ਲਿਆ, ਦੈਟ ਇਜ਼ ਮੋਰ ਆਫਟਨ ਵਿਚ ਇਜ਼ ਕਾਲਡ, ਬਹੁਤ ਰੇਅਰ ਗੱਲ ਹੈ। ਤੇ ਵੀ ਕੈਨ ਸੀ ਕੁਝ ਲੋਕ ਆ ਨਹੀਂ ਪਾਏ, we can see almost 50 students gathered into this locality and to share the success of themselves. It clearly says a lot about it. So a big round of applause for all of you, a bit louder this time. As we all know that raw materials ਦੀ ਗੱਲ ਕਰੀਏ ਸੀ, ਜਿੱਦਾਂ for example bricks ਹੋ ਗਿਆ, iron ਹੋ ਗਿਆ, all these things, these have got good strength, ਬਹੁਤ strength ਹੁੰਦੀ ਹੈ ਇਹਨਾਂ 'ਚ, but ਇਹ ਕੋਈ ਕੰਮ ਦੀ ਨਹੀਂ ਹੈਗੀ unless we get a professional into this. जब तक कोई मिस्त्री या प्रोफेशनल पर्सन नहीं आएगा इन्हां दा कोई रोल नहीं। सिमिलरली इट इज द सेम थिंग साडे स्टूडेंट्स, जब तक स्टूडेंट इत्थे आएगा नहीं, पहली गल तो कुछ नहीं होगा। ही हैज टू कम हियर फर्स्ट ऑफ ऑल। स्टूडेंट्स आया, ओदे कोल जुनून सीगा, ही वाज लाइक अ रॉ ब्रिक। वी एज अ प्रोफेशनल इंस्टीट्यूट आर हियर टू मोल्ड यू गाइस, बिकॉज इट इज नॉट अ ट्यूशन सेंटर के लिए हम यहाँ हैं। आई माई सेल्फ रिमेंबर माई सेल्फ कि आई हैव टॉट यू इंग्लिश, मैनी ऑफ यू, and it seems that कि we have worked very hard for this. It is not easy. मैं अपने बारे में बता रहा हूँ, पहली बात तो कि मैंने बहुत मेहनत करी है मॉक्स बनाने में and all those things out,
and we as a Gyanam, team has worked very hard for you guys. Aapka success, it speaks louder than this, first of all. The second thing is, students ਦਾ ਜਿਹੜਾ confidence ਹੈ, students ਦੀ ਜਿਹੜੀ ਮਿਹਨਤ ਹੈ, ਉਸੇ ਤੋਲ ਨਹੀਂ ਸਕਦੇ ਅਸੀਂ. It can't be compared. But we as an institute, we can compare ourselves. We have actually worked hard for your success, and this has come into light. So I would say one thing more. A bit louder roar for Gyanam also. Gyanam has worked very hard for you guys. So big round of applause for Gyanam too. It is believed that Patwari is not a job. It is an emotion. ਤੁਸੀਂ ਦੇਖਿਆ ਹੋਣਾ ਕਿ ਮੂਵੀਜ਼ ਵੀ ਦਿਖਾਉਂਦੇ ਆ, ਕਹਿੰਦੇ ਆ ਵੀ ਅਸੀਂ ਕਾਨੂੰਨ ਕੋ ਨਹੀਂ ਲੱਗਣਾ, ਅਸੀਂ ਪਟਵਾਰੀ ਲੱਗਣਾ ਹੈ. ਵਾਈ ਸੋ ਕਾਨੂੰਨ ਇਜ਼ ਅ ਰੈਂਕ ਹਾਇਰ, 2 ranks higher than ਪਟਵਾਰੀ, ਬਟ ਨਹੀਂ, ਪਟਵਾਰੀ ਇਜ਼ ਐਨ ਇਮੋਸ਼ਨ. सो ज्ञानम हैज टेकन केयर ऑफ एवरी बिट ऑफ इट. आपके इमोशंस हो जाएं, आपके सक्सेस अचीवमेंट्स हो जाएं, वी हैव टेकन केयर ऑफ एवरीथिंग. So one thing is sure that there are many students who say that we want to marry after this. We have got settled, now we have to got married. So we can say one thing, रिश्तियां की काट तो नहीं होगी दोनों. You have become Patwaris now, है ना? So for this achievement, we would like to thank Mr. Joginder and Mr. Amarjeet Singh for that also, because इन्हां दा association सीगा जिन्हें ਇਕੱਠਾ ਕੀਤਾ ਹੈ ਵਿਦਆਊਟ ਅਪਾਇੰਟਮੈਂਟ. ਇਸ ਤੋਂ ਬਾਅਦ ਤਾਂ ਤੁਹਾਡੀ ਅਪਾਇੰਟਮੈਂਟ ਦੀ ਲੋੜ ਪਊਗੀ ਸਾਨੂੰ. ਐਨੀ ਛੇਤੀ ਤੁਸੀਂ ਗਿਆਨਮ ਆਓਗੇ ਨਹੀਂ, ਹੈ ਨਾ? ਅਪਾਇੰਟਮੈਂਟ ਦਿਓਗੇ ਸਾਨੂੰ, ਅਸੀਂ ਪਟਵਾਰੀ ਲੱਗ ਗਿਆ ਸਰ, ਤੁਸੀਂ ਬਾਅਦ ਚ ਬੁਲਾਇਓ, ਟਾਈਮ ਨਹੀਂ ਹੈ ਸਾਡੇ ਕੋਲ. ਸੋ ਅਮਰਜੀਤ ਐਂਡ ਜੋਗਿੰਦਰ, they have helped us in every bit of it to make this happen over here. So I would like Mr. VMS Grover, MD of Gyanam, to come here on the stage and give a guard of honor. Also. So presenting us the guard of honor from Mr. VMS Grover, the MD of Gyanam. We would like Joginder to please say a few words in this also. ਤੁਹਾਡੀ ਜਰਨੀ ਕਿੱਦਾਂ ਰਹੀ ਗਿਆਨਮ ਨਾਲ, ਜਾਂ ਤੁਸੀਂ ਜੋ ਵੀ ਸਾਂਝਾ ਕਰਨਾ ਚਾਹੁੰਦੇ ਹੋ ਸਾਡੇ ਨਾਲ, ਪਲੀਜ਼. ਸਭ ਤੋਂ ਪਹਿਲਾਂ ਜੀ ਥੈਂਕ ਯੂ, ਬਹੁਤ ਧੰਨਵਾਦ ਗਿਆਨਮ ਦਾ ਜੀ, ਪੂਰੀ ਟੀਮ ਦਾ. ਮੈਂ ਨਾ ਜੀ ਆਰਮੀ ਤੋਂ ਰਿਟਾਇਰਡ ਹਾਂ, ਅਤੇ 2019 ਦੇ ਵਿੱਚ ਮੈਂ ਨਵੰਬਰ ਦੇ ਵਿੱਚ ਰਿਟਾਇਰਡ ਹੋਇਆ ਸੀ, 16 ਸਾਲ ਸਰਵਿਸ ਕਰਕੇ 9 ਮੰਥ. ਅਤੇ ਉਸ ਤੋਂ ਬਾਅਦ ਹੀ ਜਨਵਰੀ 20 ਦੇ ਵਿੱਚ ਮੈਂ ਤਿਆਰੀ ਸ਼ੁਰੂ ਕੀਤੀ ਸੀ, ਅਤੇ ਕਾਫੀ ਮੈਨੂੰ ਟਫ ਲੱਗਿਆ ਜੀ ਇੱਧਰ ਆ ਕੇ ਸਿਵਲ ਦੇ ਵਿੱਚ, ਕਿਉਂਕਿ ਜਦੋਂ ਅਸੀਂ ਭਰਤੀ ਹੋਏ ਸੀ ਉਸ ਸਮੇਂ ਮੈਂ ਪੰਜਾਬੀ ਮੀਡੀਅਮ ਦੇ ਵਿੱਚ ਸੀ. ਇੱਧਰ ਆ ਕੇ ਹੀ ਮੈਨੂੰ ਇੰਗਲਿਸ਼ ਦੇ ਵਿੱਚ ਬਹੁਤ ਹੀ ਜ਼ਿਆਦਾ ਦਿੱਕਤ ਆ ਰਹੀ ਸੀ. ਅਤੇ ਫਿਰ ਮੈਂ ਫਸਟ ਟਾਈਮ ਜੀ YouTube ਦੇ ਉੱਪਰ ਵੀਡੀਓ ਵੇਖੀ ਗਿਆਨਮ ਦੀ, ਫਿਰ ਮੈਂ ਸਰ ਦਾ ਕੋਰਸ ਲਿਆ ਜੀ, ਪਰਚੇਜ ਕੀਤਾ ਇੰਗਲਿਸ਼ ਦਾ ਸਪੈਸ਼ਲ ਕੋਰਸ ਸੀ. ਉਸ ਇੰਗਲਿਸ਼ ਦੇ ਮੈਨੂੰ ਕਾਫੀ ਮਤਲਬ ਕਿ ਹੈਲਪਫੁਲ, ਬਹੁਤ ਹੀ ਕੁਐਸਚਨ ਇਹਦੇ ਵਿੱਚੋਂ ਕਈ ਡਿਟੋ ਆਏ ਨੇ ਮੈਨੂੰ, ਅਤੇ ਇਸ ਕਰਕੇ ਮੈਂ ਤੁਹਾਡਾ ਬਹੁਤ ਥੈਂਕ ਯੂ ਕਰਦਾ ਸਰ, ਬਹੁਤ ਧੰਨਵਾਦ. ਅਤੇ ਜਿਨ੍ਹਾਂ ਨੇ ਮੈਨੂੰ ਅੱਜ ਇਸ ਮੰਜ਼ਿਲ ਦੇ ਉੱਪਰ ਪਹੁੰਚਾਇਆ ਹੈਗਾ ਜੀ, ਅਤੇ ਬਹੁਤ ਥੈਂਕ ਯੂ, ਬਹੁਤ ਧੰਨਵਾਦ ਸਰ. Amarjeet has helped us in every venture in this over here to get the students gathered over here. So we would like Amarjeet also to share some of the views in front of all of you. ਹਾਂਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ. ਦੇਖੋ ਜੀ, ਮੈਂ ਗਿਆਨਮ ਦਾ ਆਫਲਾਈਨ ਕੋਰਸ ਲਿਆ ਸੀਗਾ, ਤੋ ਮੈਂ ਬੇਸਿਕਲੀ ਮੈਂ ਪਹਿਲਾਂ 10-12 ਸਾਲ ਜੋਬ ਕੀਤੀ ਆ, ਤੋ ਮੈਂ ਉਹ ਸਾਰਾ ਕੁਝ ਛੱਡ ਕੇ, ਮੈਂ ਮੈਰਿਡ ਵੀ ਹਾਂ, ਮੈਂ ਸਾਰਾ ਕੁਝ ਛੱਡ ਕੇ ਗਿਆਨਮ ਨੂੰ ਜੁਆਇਨ ਕੀਤਾ ਸੀ. ਗਿਆਨਮ ਦੇ ਉੱਪਰ ਹੀ ਮੈਂ ਵਿਸ਼ਵਾਸ ਕੀਤਾ. ਹੁਣ ਚੰਡੀਗੜ੍ਹ ਦੇ ਵਿੱਚ ਹੋਰ ਬਹੁਤ ਇੰਸਟੀਚਿਊਟ ਹੈ, ਪਰ ਮੈਂ ਸਾਰਾ ਛੱਡ ਕੇ ਗਿਆਨਮ ਦੇ ਉੱਪਰ ਵਿਸ਼ਵਾਸ ਕੀਤਾ ਸੀ, ਅਤੇ ਗਿਆਨਮ ਨੇ ਹੀ ਮੈਨੂੰ ਇਸ ਬੁਲੰਦੀਆਂ ਤੱਕ ਪਹੁੰਚਾਇਆ. ਇੱਥੋਂ ਦਾ ਜਿਹੜਾ ਸਟਾਫ ਹੈ ਉਹ ਮਤਲਬ ਟੂ ਮਚ ਔਸਮ ਸੀ. ਮਤਲਬ ਉਹ ਹਰ ਇੱਕ ਪ੍ਰੋਬਲਮ ਜਿਹੜੀ ਵੀ ਮੈਨੂੰ ਹੁੰਦੀ ਸੀ ਐਟ ਐਨੀ ਟਾਈਮ ਉਹ ਉਹਨੂੰ ਕਲੀਅਰ ਕਰਦੇ ਰਹੇ ਆ. ਮੈਨੂੰ ਯਾਦ ਹੈ ਮੈਂ ਸਰ ਨੂੰ, ਗਰੋਵਰ ਸਰ ਐਗਰੀਕਲਚਰ ਕਰਵਾਉਂਦੇ ਸੀਗੇ, ਸਰ ਕੋਲੋਂ ਮੈਂ ਰਾਤ 10-10 ਵਜੇ 10:30 ਵਜੇ ਵੀ ਸਾਨੂੰ ਮੈਸੇਜ ਕਰ ਦਿੰਦਾ, ਅਤੇ ਸਰ ਨੇ ਜੇ ਰਾਤ ਨੂੰ ਨਹੀਂ ਦੇਖਿਆ ਤਾਂ ਚਲੋ ਸਵੇਰ ਨੂੰ ਉਹਨਾਂ ਨੇ ਰਿਪਲਾਈ ਕਰ ਦੇਣਾ. ਉਸ ਤੋਂ ਇਲਾਵਾ ਵੀ ਜਿਹੜੇ ਹੋਰ ਟੀਚਰ ਸੀਗੇ ਜਿਹਨਾਂ ਵਿੱਚ ਮੈਨੂੰ ਯਾਦ ਆ, ਹਰਮਨ ਸਰ ਜਿਹੜੇ ਸਾਨੂੰ GK ਕਰਵਾਉਂਦੇ ਸੀਗੇ. ਮੈਨੂੰ ਯਾਦ ਹੈ ਜੀ, ਇੱਕ ਵਾਰੀ ਮੈਂ ਰਾਤ ਪੜ੍ਹਦਾ ਸੀ ਅਤੇ ਮੈਨੂੰ ਇੱਦਾਂ ਕੋਈ ਪ੍ਰੋਬਲਮ ਹੋ ਗਈ, ਰਾਤ 12:30 ਵਜੇ ਕੋਈ ਮੈਨੂੰ ਪ੍ਰੋਬਲਮ ਆ ਗਈ, ਅਤੇ ਮੈਂ ਸਰ ਨੂੰ 12:30 ਹੀ ਮੈਸੇਜ ਕਰਤਾ. ਮੈਨੂੰ ਸੀਗਾ ਵੀ ਚਲੋ ਸਰ ਜਦੋਂ ਵੀ ਟਾਈਮ ਲੈ ਕੇ ਮਿਲ ਲੱਗੇਗਾ ਸਵੇਰ ਨੂੰ ਕਰ ਦੇਣਗੇ ਰਿਪਲਾਈ ਜਾਂ ਜਿੱਦਾਂ ਵੀ. ਮੈਂ ਹੈਰਾਨ ਰਹਿ ਗਿਆ ਦੇਖ ਕੇ, ਰਾਤ ਮੈਨੂੰ 12:30 ਨਾਲ ਹੀ ਮੈਨੂੰ ਉਹਨਾਂ ਨੇ ਰਿਪਲਾਈ ਕਰਤਾ. ਮੈਂ ਬੜਾ ਥੈਂਕਫੁਲ ਹਾਂ ਕਿ ਜਿਹੜਾ ਇੱਦਾਂ ਦਾ ਸਟਾਫ ਹੈਗਾ ਗਿਆਨਮ ਦੇ ਕੋਲ, ਕਿਉਂਕਿ ਬਹੁਤ ਸਾਰੇ ਇੰਸਟੀਚਿਊਟ ਚੰਡੀਗੜ੍ਹ ਦੇ ਵਿੱਚ ਤਾਂ ਕਾਫੀ ਸਾਰੇ ਇੰਸਟੀਚਿਊਟ ਆ, ਉਸ ਤੋਂ ਇਲਾਵਾ ਵੀ ਹੋਰ ਸਿਟੀਜ਼ ਦੇ ਵਿੱਚ ਇੰਸਟੀਚਿਊਟ ਹੈਗੇ ਆ, ਪਰ ਮੈਂ ਬਹੁਤ ਜਗ੍ਹਾ 'ਤੇ ਇਹ ਦੇਖਿਆ ਆ ਵੀ ਜਿੱਦਾਂ 9 ਤੋਂ 6 ਦੇ ਵਿੱਚ ਅਗਰ ਤੁਸੀਂ ਕੋਈ ਪੁੱਛ ਲਓ ਤਾਂ ਪੁੱਛ ਲਓ, ਉਸ ਤੋਂ ਬਾਅਦ ਉਹਨਾਂ ਦਾ ਅੱਗੇ ਰਿਵਰਟ ਆ ਜਾਂਦਾ ਕਿ ਸਾਡਾ ਜਿਹੜਾ ਸਟਾਫ ਹੈ ਹੁਣ ਅਵੇਲੇਬਲ ਨਹੀਂ ਹੈ ਤੁਹਾਡੇ ਲਈ, ਨੈਕਸਟ ਡੇ ਗੱਲ ਕਰਿਓ. ਪਰ ਇੱਥੇ ਇੱਦਾਂ ਨਹੀਂ ਸੀ. ਮੈਂ ਆਪਣੇ ਨੋਟਸ ਦੇ ਵਿੱਚ ਜਦੋਂ ਵੀ ਕੋਈ ਕੁਐਰੀ ਕੀਤੀ ਆ, ਮੈਂ ਉਹਦਾ ਟਾਈਮ ਉੱਥੇ ਲਿਖਿਆ ਹੋਇਆ, ਮੇਰੇ ਕੋਲ ਨੋਟਸ ਮੇਰੇ ਲੈ ਲਿਓ, ਦੇਖ ਲਿਓ,
ਲਗਭਗ ਹਰ ਪੇਜ ਦੇ ਉੱਤੇ 2 ਜਾਂ 3 ਜਗ੍ਹਾ ਦੇ ਉੱਤੇ ਟਾਈਮ ਲਿਖਿਆ ਹੋਊਗਾ ਵੀ ਇਹ ਕੁਐਸਚਨ ਦਾ ਰਿਪਲਾਈ ਕਿੰਨੇ ਵਜੇ ਕੀਤਾ ਗਿਆ ਹੈ। ਦੇਖ ਲਿਓ ਮੇਰੇ ਕੋਲ ਆ ਕੇ ਨੋਟਸ ਮੇਰੇ ਕੋਲ ਅੱਜ ਵੀ ਪਏ ਹੋਏ ਆ। ਕਿਸੇ ਦਾ ਰਿਪਲਾਈ ਕਿਸੇ ਸਰ ਨੇ 11 ਵਜੇ ਕੀਤਾ, ਕਿਸੇ ਨੇ 11:30 ਕੀਤਾ ਹੋਇਆ। ਮੈਂ ਇਸ ਚੀਜ਼ ਦੇ ਲਈ ਬਹੁਤ ਥੈਂਕਫੁਲ ਹਾਂ ਗਿਆਨਮ ਦਾ ਵੀ ਜਿਹੜਾ ਨੇ ਇੰਨਾ ਵਧੀਆ ਰਿਸਪੌਂਸ ਦਿੱਤਾ ਐਜ਼ ਅ ਸਟੂਡੈਂਟ। ਮੈਨੂੰ ਇਹਨਾਂ ਨੇ ਬਹੁਤ ਉੱਚੀ ਮੰਜ਼ਿਲਾਂ ਦੇ ਉੱਪਰ ਪਹੁੰਚਾਇਆ। ਥੈਂਕ ਯੂ ਸਰ। Congratulations to you. Now I would like Mr. VMS Grover to say some few words about that. ਅਸੀਂ ਆਪਣੀ ਕਾਮਯਾਬੀ ਨੂੰ ਸੈਲੀਬ੍ਰੇਟ ਕਰਨ ਵਾਸਤੇ ਇਕੱਠੇ ਹੁੰਦੇ ਹਾਂ ਔਰ ਉਸ ਸੈਲੀਬ੍ਰੇਸ਼ਨ ਦਾ ਮਜ਼ਾ ਹੀ ਕੁਝ ਹੋਰ ਹੁੰਦਾ, ਉਹਦਾ ਸਵਾਦ ਹੀ ਕੁਝ ਹੋਰ ਹੁੰਦਾ। ਅਸੀਂ ਪੈਦਾ ਹੁੰਦੇ ਹਾਂ, ਵੱਡੇ ਹੁੰਦੇ ਹਾਂ, ਬਚਪਨ ਆਪਣਾ ਗੁਜ਼ਾਰਦੇ ਹਾਂ, ਉਦੋਂ ਲੱਗਦਾ ਕਿ ਸਾਡੇ ਮਾਂ-ਬਾਪ ਹੀ ਸਭ ਕੁਝ ਨੇ, ਸਾਡਾ ਪਰਿਵਾਰ ਹੀ ਸਭ ਕੁਝ ਹੈ। ਔਰ ਉਹ ਜਿਹੜੀ ਦੁਨੀਆ ਹੈ ਉਹ ਆਪਣੇ ਆਪ 'ਚ ਇੱਕ ਵਿਲੱਖਣ ਜਿਹੀ ਦੁਨੀਆ ਹੁੰਦੀ ਹੈ। ਪਰ ਜਦੋਂ ਅਸੀਂ 20-25 ਸਾਲ ਦੀ ਉਮਰ ਵਿੱਚ ਗੁਜ਼ਰਦੇ ਹਾਂ ਨਾ, ਤਾਂ ਉਦੋਂ ਕੁਝ ਜ਼ਮੀਨ ਜਿਹੜੀ ਹੈ ਨਾ ਕੰਬਣੀ ਸ਼ੁਰੂ ਹੋ ਜਾਂਦੀ। ਕੁੜੀਆਂ ਵਾਸਤੇ ਅਲੱਗ, ਮੁੰਡਿਆਂ ਵਾਸਤੇ ਅਲੱਗ। ਕੁੜੀਆਂ ਵਾਸਤੇ ਤਾਂ ਪੇਰੈਂਟਸ ਦੀ ਇੱਕੋ ਚਿੰਤਾ ਰਹਿੰਦੀ ਹੈ ਕਿ ਇਹਦਾ ਹੁਣ ਬਸ ਵਿਆਹ ਕਰ ਦਈਏ ਤੇ ਅਸੀਂ ਕਿਤੇ ਸੁਰਖਰੂ ਹੋ ਜਾਈਏ। ਔਰ ਮੁੰਡਿਆਂ ਵਾਸਤੇ ਆਪਣੀ ਜ਼ਰੂਰਤ ਹੈ ਕਿ ਦੁਨੀਆ ਦੇ ਵਿੱਚ ਅੱਗੇ ਵਧਣਾ ਹੈ ਜਾਂ ਆਪਣੇ ਆਪ ਨੂੰ ਐਸਟੈਬਲਿਸ਼ ਕਰਨਾ ਹੈ ਤਾਂ ਕੋਈ ਨਾ ਕੋਈ ਧੰਦਾ ਨੌਕਰੀ ਤਾਂ ਚਾਹੀਦੀ ਹੈ। ਬਿਜ਼ਨਸ ਕਰਨਾ ਹੈ ਤਾਂ ਉਹਦੇ ਵਾਸਤੇ ਲੱਖਾਂ ਰੁਪਏ ਚਾਹੀਦੇ ਨੇ। ਅੱਜ ਤਾਂ ਲੱਖਾਂ ਵੀ ਘੱਟ ਜਾਂਦੇ ਨੇ ਤੇ ਕਰੋੜਾਂ ਰੁਪਏ ਚਾਹੀਦੇ ਨੇ। ਜਾਂ ਨੌਕਰੀ ਹੋਵੇ ਕੋਈ ਹੱਦ ਦੇ ਵਿੱਚ, ਨੌਕਰੀ ਮਿਲਦੀ ਨਹੀਂ, ਪੈਸਾ ਹੁੰਦਾ ਨਹੀਂ, ਤਾਂ ਉਸ ਵੇਲੇ ਜਿਹੜੀ ਪਰੇਸ਼ਾਨੀ ਬੱਚਿਆਂ ਦੇ ਦਿਲ ਦੇ ਵਿੱਚ ਹੁੰਦੀ ਹੈ ਉਹਨੂੰ ਕੋਈ ਬਿਆਨ ਨਹੀਂ ਕਰ ਸਕਦਾ। ਸੋ ਇਹ ਜਿਹੜਾ ਹਾਲਾਤ ਨੇ, ਇਹਨਾਂ ਹਾਲਾਤਾਂ ਦੇ ਵਿੱਚੋਂ ਤੁਸੀਂ ਨਿਕਲ ਕੇ ਆਏ ਹੋ ਔਰ ਉਹਨਾਂ ਹਾਲਾਤਾਂ ਤੋਂ ਨਿਕਲ ਕੇ ਇਸ ਮੰਜ਼ਿਲ ਤੇ ਪਹੁੰਚਣਾ, ਮੈਂ ਕਹਿੰਦਾ ਕਿ ਉਹਦਾ ਜਿਹੜਾ ਸਵਾਦ ਹੈ ਨਾ, ਉਹ ਇੱਕ ਵੱਖਰਾ ਸਵਾਦ ਹੈ। ਕਿਉਂਕਿ ਇਹ ਜਿੰਨੀ ਅਸੀਂ ਮਿਹਨਤ ਕੀਤੀ ਹੈ ਤੁਸੀਂ ਇਸ ਮੁਕਾਮ ਤੇ ਪਹੁੰਚਣ ਵਾਸਤੇ, ਮੈਨੂੰ ਲੱਗਦਾ ਨਹੀਂ ਕਿ ਆਮ ਬੱਚੇ ਕਰ ਪਾਉਂਦੇ ਨੇ। ਕਿਉਂਕਿ ਮਿਹਨਤ ਤੋਂ ਬਿਨਾਂ ਕੋਈ ਚੀਜ਼ ਸਿਰੇ ਨਹੀਂ ਲੱਗਦੀ ਔਰ ਮਿਹਨਤ ਕਰਨੀ ਪੈਂਦੀ ਹੈ, ਬਹੁਤ ਜ਼ਿਆਦਾ ਕਰਨੀ ਪੈਂਦੀ ਹੈ। ਮੈਂ ਕਹਾਂ ਕਿ ਅਸੀਂ ਪੜ੍ਹਾਤਾ ਜਾਂ ਅਸੀਂ ਤੁਹਾਨੂੰ ਮਤਲਬ ਪਟਵਾਰੀ ਬਣਾਤਾ, ਨਹੀਂ, ਤੁਸੀਂ ਮਿਹਨਤ ਕੀਤੀ ਹੈ। ਮੈਂ ਹਮੇਸ਼ਾ ਇੱਕੋ ਗੱਲ ਕਹਿੰਦਾ ਹੁੰਦਾ ਕਿ ਐਜ਼ ਏ ਇੰਸਟੀਚਿਊਟ ਅਸੀਂ ਤੁਹਾਨੂੰ ਇੱਕ ਰਸਤਾ ਦਿਖਾ ਸਕਦੇ ਹਾਂ, ਅਸੀਂ ਇੱਕ ਰਾਹ ਦਿਖਾ ਸਕਦੇ ਹਾਂ। ਉਸ ਰਾਹ ਤੇ ਕਿਵੇਂ ਚੱਲਣਾ ਹੈ, ਉਸ ਰਾਹ ਨੂੰ ਕਿਵੇਂ ਤੁਸੀਂ ਅਡਾਪਟ ਕਰਨਾ ਹੈ ਔਰ ਉਹਦੇ ਕਿੰਨੀ ਮਿਹਨਤ ਕਰਨੀ ਹੈ, ਤੁਹਾਡੇ ਉੱਤੇ ਡਿਪੈਂਡ ਕਰਦਾ। ਪਰ ਪਹੁੰਚਦਾ ਉਹੀ ਹੈ ਜਿਹੜਾ ਮਿਹਨਤ ਕਰਦਾ। ਸੋ ਅੱਜ ਜਿਹੜਾ ਦਿਨ ਪਹੁੰਚਿਆ, ਅੱਜ ਜਿਸ ਦਿਨ ਦੇ ਉੱਤੇ ਖੜੇ ਆਪਾਂ, ਉਹ ਇਹ ਪ੍ਰੂਵ ਕਰਦਾ ਕਿ ਤੁਸੀਂ ਉਹ ਮਿਹਨਤ ਕੀਤੀ ਹੈ ਜਿਹੜੀ ਕਿ ਕਿਸੇ ਇੱਕ ਵੱਡੇ ਇਮਤਿਹਾਨ ਵਾਸਤੇ ਜ਼ਰੂਰਤ ਹੁੰਦੀ ਹੈ। ਔਰ ਉਸ ਇਮਤਿਹਾਨ ਦੇ ਵਿੱਚੋਂ ਟੱਪ ਕੇ, ਉਸ ਇਮਤਿਹਾਨ ਦੇ ਵਿੱਚੋਂ ਲੰਘ ਕੇ ਤੁਸੀਂ ਇੱਥੇ ਪਹੁੰਚੇ ਹੋ। ਇਹਦੇ ਵਾਸਤੇ ਵਾਂਸ ਅਗੇਨ ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ। ਹੁਣ ਇਹਦੇ ਨਾਲ ਜੇ ਮੈਂ ਹੋਰ ਗੱਲ ਕਰਾਂ ਕਿ ਇੱਕ ਤਾਂ ਹੁੰਦੇ ਨੇ ਕਿ ਅਸੀਂ ਤਿਆਰੀ ਕਰ ਲਿੱਤੀ, ਮਿਹਨਤ ਦੇਣ ਜਿਹੜਾ ਸੀਗਾ, ਮੈਨੂੰ ਉਮੀਦ ਕਰਦਾ ਕਿ ਤੁਸੀਂ ਸਾਰੇ ਹਮੇਸ਼ਾ ਯਾਦ ਰੱਖੋ। ਸੋ ਵਾਂਸ ਅਗੇਨ ਤੁਹਾਨੂੰ ਸਾਰੇ ਕੈਂਡੀਡੇਟਸ ਨੂੰ ਜਿਹੜੇ ਕਿ ਅੱਜ ਇੱਕ ਸਰਕਾਰੀ ਨੌਕਰੀ ਦੇ ਵਿੱਚ ਲੱਗ ਗਏ, ਠੀਕ ਹੈ ਜੀ। ਔਰ ਸਭ ਤੋਂ ਵੱਡੀ ਗੱਲ ਹੈ ਕਿ ਤੁਸੀਂ ਉਹ ਪਰਸਨਸ ਹੋ ਕਿ ਜਿਹੜੇ ਜ਼ਮੀਨੀ ਹਕੀਕਤ ਦੇ ਨਾਲ ਜੁੜਨ ਜਾ ਰਹੇ। ਆਪਾਂ ਕਹਿੰਦੇ ਹਾਂ ਕਿ 68% ਹਿੰਦੁਸਤਾਨ ਜਿਹੜਾ ਸੀ ਪਿੰਡਾਂ ਦੇ ਵਿੱਚ ਵਸਦਾ ਹੈ, ਤਾਂ ਪਿੰਡਾਂ ਦੇ ਵਿੱਚ ਜਿਹੜਾ ਸੀਗਾ ਸਭ ਤੋਂ ਪਹਿਲਾ ਪੁਆਇੰਟ ਆਫ ਕੰਟੈਕਟ ਪਟਵਾਰੀ ਹੁੰਦਾ। ਸਭ ਤੋਂ ਇੰਪੋਰਟੈਂਟ ਪੋਜੀਸ਼ਨ ਜਿਹੜੀ ਹੋ ਜਾਂਦੀ ਪਟਵਾਰੀ ਦੀ ਹੋ ਜਾਂਦੀ। ਸੋ ਇਟ ਇਜ਼ ਯੋਰ ਰਿਸਪੌਂਸਿਬਿਲਿਟੀ ਐਜ਼ ਦਾ citizen of the country, as a responsible citizen of the country, ਕਿ ਤੁਸੀਂ ਜੋ ਕੁਝ ਤੁਹਾਡੇ ਵੱਲੋਂ ਬਣ ਸਕਦਾ ਹੈ ਲੋਕਾਂ ਦੀ ਭਲਾਈ ਵਾਸਤੇ, ਉਹ ਸਾਰੇ ਕੰਮ ਉਹਨਾਂ ਨੂੰ ਤੁਸੀਂ ਆਪ ਸਿਰੇ ਚੜਾਉਣ ਵਾਸਤੇ ਮਦਦ ਕਰੋ। ਉਹਦੇ ਨਾਲ ਹੀ ਜਿਹੜਾ ਸੀਗਾ ਆਪਾਂ ਸਾਰੇ ਅੱਗੇ ਵੱਧ ਸਕਦੇ। ਮੈਂ ਇਹ ਕਹਿਣਾ ਹੁੰਦਾ ਕਿ ਜਦੋਂ ਮੈਂ ਕੋਈ ਤਰੱਕੀ ਕਰਦਾ ਨਾ, ਜਾਂ ਮੈਂ ਕਿਸੇ ਨਾਲ ਆਪਣੇ ਹੋਰ ਦੋਸਤ ਦੀ ਤਰੱਕੀ ਵਾਸਤੇ ਉਹਦੇ ਵਾਸਤੇ ਵੀ ਕੰਮ ਕਰਦਾ, ਤਾਂ ਆਪਾਂ ਸਾਰੇ ਮਿਲ ਕੇ ਤਰੱਕੀ ਕਰਦੇ ਹਾਂ ਉਹਦੇ ਵਿੱਚ। ਉਹ ਸੋ ਜਦੋਂ ਤੁਸੀਂ ਇਸ ਭਾਵਨਾ ਨਾਲ ਕੰਮ ਕਰੋਗੇ ਕਿ ਮੈਂ ਆਪਣੀ ਹੀ ਨਹੀਂ, ਆਪਣੇ ਜਿਹੜੇ ਜਿਸ ਜਗ੍ਹਾ ਤੇ ਮੇਰੀ ਪੋਸਟਿੰਗ ਹੋਈ ਹੈ ਉਸ ਕੰਮ ਦੇ ਵਿੱਚ ਸਾਰਿਆਂ ਦੇ ਭਲੇ ਵਾਸਤੇ ਕੰਮ ਕਰਨਾ ਹੈ,
ਮੈਂ ਕਹਿੰਦਾ ਕਿ ਫਿਰ ਜਿਵੇਂ ਆਪਾਂ ਕਹਿੰਦੇ ਕਿ ਜਿਹੜਾ ਦੀਵਾ ਹੁੰਦਾ ਹੈ ਨਾ, ਦੀਵੇ ਦੀ ਜਿਹੜੀ ਦੀਵਾ ਆਪਣੇ ਆਪ 'ਚ ਕੁਝ ਨਹੀਂ, ਪਰ ਜਿਹੜੀ ਦੀਵੇ ਦੀ ਰੋਸ਼ਨੀ ਹੈ ਨਾ, that is the ਅਸਲੀ ਰੋਸ਼ਨੀ। ਉਹ ਕਹੇਗਾ, ਉਹਨੂੰ ਕਹੇਗਾ ਕਿ ਵੀ ਇਹ ਚਾਨਣ ਮੁਨਾਰਾ ਹੈ ਜਿਹਨੇ ਕਿ ਸਾਨੂੰ ਕੋਈ ਰਸਤਾ ਦਿਖਾਇਆ। ਸੋ once again ਮੈਂ ਇਹੀ ਕਹੂੰਗਾ ਕਿ ਇਹ ਜਿਸ ਮੁਕਾਮ ਤੇ ਤੁਸੀਂ ਪਹੁੰਚ ਗਏ ਹੋ, ਉਸ ਮੁਕਾਮ ਤੋਂ ਅੱਗੇ ਜਾਣ ਵਾਸਤੇ ਜਿਹੜੇ ਹੋਰ ਕੰਮ ਕਰ ਰਹੇ ਨੇ ਐਜ਼ ਅ ਰਿਸਪੌਂਸਿਬਲ ਸਿਟੀਜ਼ਨ, ਉਹਨਾਂ ਸਾਰੇ ਮੁਕਾਮਾਂ ਨੂੰ ਤੁਸੀਂ ਹਾਸਲ ਕਰੋਗੇ, ਜ਼ਿੰਦਗੀ ਦੇ ਵਿੱਚ ਤਰੱਕੀਆਂ ਹਾਸਲ ਕਰੋਗੇ। ਕਿਉਂਕਿ ਪਹਿਲਾਂ ਜਿਵੇਂ ਹੁਣੇ ਗੱਲ ਕਰ ਰਹੇ ਸੀ ਕਿ ਵੀ ਉਹ ਕਾਨੂੰਗੋ ਉਹ ਪਿਕਚਰ ਆਈ ਸੀ ਪਹਿਲਾਂ ਨਾ, ਇੱਕ ਪਟਵਾਰੀ ਵਾਲੀ ਪਿਕਚਰ ਆਈ ਸੀਗੀ, ਲੋਕੀ ਪਟਵਾਰੀ ਨੂੰ ਜਾਣਦੇ। ਮੈਨੂੰ ਯਾਦ ਹੈ ਜਦੋਂ ਮੈਂ ਪਹਿਲੀ ਵਾਰ ਵੀਡੀਓ ਬਣਾਈ ਸੀ ਨਾ ਇੱਕ ਵਾਰੀ, ਤਾਂ ਉਦੋਂ ਮੈਂ ਇੱਕ ਚੁਟਕਲਾ ਜਿਹਾ ਵੀ ਸ਼ੇਅਰ ਕੀਤਾ ਸੀਗਾ। ਕਹਿੰਦੇ ਨੇ ਕਿ ਇੱਕ ਵਾਰ ਕੀ ਹੋਇਆ, ਉਹ ਮੈਂ ਦੁਬਾਰਾ ਰਿਪੀਟ ਕਰ ਦਿੰਦਾ ਉਹ, ਕਿ ਇੱਕ ਨਾ ਕੁੱਤਾ ਪੈ ਗਿਆ ਕਿਸੇ ਬੰਦੇ ਦੇ ਮਗਰ ਪੈ ਗਿਆ, ਠੀਕ ਹੈ ਜੀ। ਉਹ ਬੰਦਾ ਅੱਗੇ ਅੱਗੇ ਤੇ ਮਤਲਬ ਕਿ ਉਹ ਕੁੱਤਾ ਪਿੱਛੇ ਪਿੱਛੇ, ਉਹ ਬੰਦਾ ਟੱਪ ਕੇ ਨਾ ਜਿਹੜਾ ਸੀਗਾ ਕਿਤੇ ਚੁਬਾਰੇ ਦੇ ਉੱਤੇ ਚੜ੍ਹ ਗਿਆ, ਠੀਕ ਹੈ ਨਾ। ਤੇ ਕਹਿੰਦਾ ਉਹ ਪਟਵਾਰੀ ਸੀ ਬੰਦਾ ਵੈਸੇ, ਬਾਏ ਦਾ ਵੇ, ਉਹ ਜਿਹਦੇ ਪਿੱਛੇ ਕੁੱਤਾ ਪਿਆ ਸੀਗਾ। ਕਹਿੰਦਾ ਜੇ ਤੇਰੇ ਨਾਂ ਦੇ ਉੱਤੇ ਕੋਈ ਜ਼ਮੀਨ ਲਿਖੀ ਹੁੰਦੀ ਨਾ, ਫੇਰ ਦੇਖਦਾ ਤੂੰ ਮੈਨੂੰ ਕਿਵੇਂ ਭਾਉਂਦਾ। ਬੇਸਿਕਲੀ ਪਟਵਾਰੀ ਇੱਕ ਐਸੀ ਇੰਪੋਰਟੈਂਟ ਪੋਜੀਸ਼ਨ ਹੈ ਕਿ ਉਹ ਜ਼ਮੀਨ ਕਿਸੇ ਦੀ ਕਿਸੇ ਨਾ ਕਰਦੇ, ਕਿਸੇ ਕਿਹੜਾ ਰਾਹ ਕਿਸੇ ਨੂੰ ਦੇਣਾ, ਮਤਲਬ ਦੈਟ ਕੈਨ ਆਲ ਡਿਪੈਂਡਸ ਔਨ ਦ ਪਟਵਾਰੀ। ਸੋ ਇਸੇ ਕਰਕੇ ਜਿਹੜਾ ਅਸੀਂ ਕਹਿੰਦੇ ਹਾਂ ਕਿ ਪਟਵਾਰੀ ਦੀ ਪੋਜੀਸ਼ਨ ਇੱਕ ਬਹੁਤ ਅਹਿਮੀਅਤ ਪੋਜੀਸ਼ਨ ਹੈ। ਕਿਉਂ? ਕਿਉਂਕਿ ਅਸੀਂ ਜਾਣਦੇ ਹਾਂ ਡਿਪਟੀ ਕਮਿਸ਼ਨਰ ਨੂੰ ਜਾਣਦੇ ਹਾਂ, ਤਹਿਸੀਲਦਾਰ ਨੂੰ ਜਾਣਦੇ ਹਾਂ, ਪਰ ਪਿੰਡ ਦੇ ਵਿੱਚ ਜਿਹੜਾ ਪਿੰਡ ਦਾ ਡੀਸੀ ਹੈ ਉਹ ਪਟਵਾਰੀ ਹੋਈ ਹੈ। ਸੋ ਇਸ ਕਰਕੇ ਜਿਹੜੀ ਸੀ ਇਹ ਪੋਜੀਸ਼ਨ ਹੈਗੀ ਬਹੁਤ ਇੰਪੋਰਟੈਂਟ ਪੋਜੀਸ਼ਨ ਹੈ। ਔਰ ਵਾਂਸ ਅਗੇਨ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਕਿ ਤੁਸੀਂ ਇਸ ਮੁਕਾਮ ਦੇ ਉੱਤੇ ਪਹੁੰਚੇ ਹੋ। ਪਰ ਇਹਦੇ ਨਾਲ ਹੀ ਮੈਂ ਹੋਰ ਵੀ ਗੱਲ ਕਹਿਣਾ ਚਾਹਾਂਗਾ ਕਿ ਅੱਜ ਸਾਡੇ ਨਾਲ ਮੌਜੂਦ ਮਹਿਮਾਨ ਨੇ ਸਰਦਾਰ ਪ੍ਰੋਫੈਸਰ ਅਵਤਾਰ ਸਿੰਘ ਜੀ, ਉਹ ਵੀ ਸਾਡੇ ਨਾਲ ਨੇ, ਸਰਦਾਰ ਹਕੀਕਤ ਸਿੰਘ ਜੀ, ਉਹ ਵੀ ਸਾਡੇ ਨਾਲ ਨੇ। ਮੈਂ ਉਹਨਾਂ ਨੂੰ ਵੀ ਜੀ ਆਇਆਂ ਆਖਦਾ ਕਿਉਂਕਿ ਬਹੁਤ ਰਿਸਪੌਂਸਿਬਲ ਪੋਜੀਸ਼ਨਸ ਤੇ ਨੇ। ਡਾਕਟਰ ਅਵਤਾਰ ਸਿੰਘ ਜੀ ਹੀ ਵਾਸ ਪ੍ਰੋਫੈਸਰ ਪ੍ਰਿੰਸੀਪਲ ਸੀਗੇ, ਤੇ ਅੱਜ ਕੱਲ੍ਹ ਜਿਹੜੇ ਸੀਗੇ ਹੀ ਵਿਲ ਹਿਮਸੈਲਫ ਜਿਹੜਾ ਸੀਗਾ ਉਹ ਦੱਸ ਦੇਣਗੇ ਤੁਹਾਨੂੰ ਉਹ। ਔਰ ਮੇਰੇ ਨਾਲ ਸਾ ਹਕੀਕਤ ਸਿੰਘ ਜੀ ਨੇ ਕਿਸੇ ਵੇਲੇ ਮੇਰੇ ਕੋਲੀਗ ਸੀਗੇ, ਬਟ ਦੇਰ ਆਫਟਰ ਉਹਨਾਂ ਨੇ ਆਪਣਾ ਮਹਾਤਮਾ ਗਾਂਧੀ ਇੰਸਟੀਚਿਊਟ ਦੇ ਵਿੱਚ ਉਹਨਾਂ ਨੇ ਰਿਸਰਚ ਦਾ ਕੰਮ ਕੀਤਾ, ਔਰ ਉਸ ਤੋਂ ਬਾਅਦ ਕ੍ਰਿਡ ਇੱਕ ਬਹੁਤ ਇੰਪੋਰਟੈਂਟ ਆਰਗੇਨਾਈਜੇਸ਼ਨ ਹੈ, ਉਹਦੇ ਵਿੱਚ ਇਹਨਾਂ ਨੇ ਬਹੁਤ ਸਾਰੀ ਪਿੰਡਾਂ ਦੇ ਵਿੱਚ ਬਹੁਤ ਰਿਸਰਚ ਕੀਤੀ ਹੈ, ਪੰਚਾਇਤ 'ਤੇ ਬਹੁਤ ਰਿਸਰਚ ਕੀਤੀ ਹੈ, ਤੇ ਉਹ ਵੀ ਤੁਹਾਡੇ ਨਾਲ ਕੁਝ ਵਿਚਾਰ ਸਾਂਝੇ ਕਰਨਗੇ। ਪਰ ਇਹਦੇ ਨਾਲ ਹੀ ਜਿਹੜਾ ਸੀਗਾ ਮੈਂ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਜਿਹੜਾ ਸੀਗਾ ਧੰਨਵਾਦ ਕਰਦਾ ਕਿ ਤੁਸੀਂ ਆਪਣਾ ਟਾਈਮ ਵੀ ਕੱਢਿਆ, ਇੱਥੇ ਆਏ ਹੋ, ਔਰ ਮੈਨੂੰ ਉਮੀਦ ਹੈ ਕਿ ਤੁਸੀਂ ਤਰੱਕੀਆਂ ਕਰੋਗੇ ਔਰ ਜ਼ਿੰਦਗੀ 'ਚ ਕਾਮਯਾਬੀਆਂ ਹਾਸਲ ਕਰੋਗੇ। ਬਹੁਤ ਸ਼ੁਕਰੀਆ। Make a round of applause for him, guys. ਸਭ ਤੋਂ ਪਹਿਲੇ ਖੁਸ਼ ਨਸੀਬ ਚਿਹਰੇ ਮੇਰੇ ਸਾਹਮਣੇ ਬੈਠੇ ਨੇ। ਖੁਸ਼ ਨਸੀਬ ਇਸ ਕਰਕੇ ਕਹਿ ਰਹੇ ਹਾਂ ਆਪ ਜੀ ਨੂੰ ਕਿ ਅੱਜ ਜੋ ਇੰਪਲੋਇਮੈਂਟ ਦਾ ਟਾਈਟ ਦੌਰ ਚੱਲ ਰਿਹਾ ਹੈ, ਉਹਦੇ ਵਿੱਚੋਂ ਨਿਕਲ ਕੇ ਆਪ ਇੱਕ ਗਵਰਨਮੈਂਟ ਜੌਬ 'ਚ ਆਏ ਹੋ। ਸੋ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ। ਦੂਸਰਾ, ਜਿਹੜਾ ਸਾਡਾ ਯੂਥ ਹੈ, ਹਰ ਇੱਕ ਨੂੰ ਇੰਪਲੋਇਮੈਂਟ ਚਾਹੀਦੀ ਹੈ, ਤਾਂ ਹੀ ਸਹੀ ਰਾਹ ਚੱਲ ਸਕਦਾ। ਲੇਟੈਸਟ ਨਿਊਜ਼ ਜਾਂ ਆਫ ਐਂਡ ਔਨ ਆਪਾਂ ਕਿੰਨੀਆਂ ਕ੍ਰਾਈਮ ਦੀਆਂ ਨਿਊਜ਼ ਸੁਣਦੇ ਹੈਗੇ ਆ, ਯੂਥ ਮਿਸਗਾਈਡਡ ਹੋਇਆ, ਪਰ ਆਪ ਜੀ ਸਾਰੇ ਉਸ ਕੈਟਾਗਰੀ ਤੋਂ ਬਾਹਰ ਆ, ਜਿਹੜੀ ਕਿ ਬਹੁਤ ਇੰਪੋਰਟੈਂਟ ਕੈਟਾਗਰੀ ਹੈ, ਜਿਹੜੀ ਕਿ ਆਪਣੀ ਡਾਇਰੈਕਸ਼ਨ ਆਪ ਚੁਣ ਸਕਦੀ ਹੈ ਤੇ ਦੂਜਿਆਂ ਨੂੰ ਵਧੀਆ ਡਾਇਰੈਕਸ਼ਨ ਦੇ ਸਕਦੀ ਹੈ। ਗਰੋਵਰ ਸਾਹਿਬ ਨੇ ਕਿਹਾ ਕਿ ਆਪ ਜੀ ਪਟਵਾਰੀ ਪਰਫਾਰਮ ਕਰਨ ਵਾਸਤੇ ਹੁਣ ਤਿਆਰ ਹੋ। ਪਟਵਾਰੀ ਦੀ ਕੀ ਇੰਪੋਰਟੈਂਸ ਹੁੰਦੀ ਹੈ, ਗਰੋਵਰ ਸਾਹਿਬ ਨੇ ਕਾਫੀ ਵਧੀਆ ਢੰਗ ਦੇ ਨਾਲ ਬਿਆਨ ਕੀਤੀ। ਮੈਂ ਕਿਉਂਕਿ ਸਾਰੀ ਜ਼ਿੰਦਗੀ ਰੂਰਲ ਸੈਕਟਰ 'ਚ ਹੀ ਰਿਹਾ ਹੈਗਾ, ਬਹੁਤ ਨੇੜੇ ਤੋਂ ਪਟਵਾਰੀਆਂ ਨਾਲ ਵਾਹ ਪਿਆ ਹੈਗਾ, ਰੈਵਨਿਊ ਡਿਪਾਰਟਮੈਂਟ ਨਾਲ ਵਾਹ ਪਿਆ, ਪਰਸਨਲ ਔਰ ਆਫੀਸ਼ੀਅਲ ਤੌਰ ਤੇ। ਜਿਹੜੀ ਆਪ ਜੀ ਦੀ ਸੇਵਾ ਹੈ ਉਹ ਇੱਕ ਐਸਾ ਸਰਵਿਸ ਡਿਲੀਵਰੀ ਮੈਕੈਨਿਜ਼ਮ ਹੈ ਜਿਹੜਾ ਕਿ ਗਰਾਊਂਡ ਲੈਵਲ ਤੇ ਜਾ ਕੇ ਆਪ ਨੇ ਪਰਫਾਰਮ ਕਰਨਾ।
ਗਰਾਊਂਡ ਲੈਵਲ ਦਾ ਮੀਨਿੰਗ ਯੂ ਹੈਵ ਟੂ ਡਾਇਰੈਕਟਲੀ ਡੀਲ ਵਿਦ ਦਾ ਫਾਰਮਰਸ। ਹੁਣ ਫਾਰਮਰ ਗਲੋਵਰ ਸਾਹਿਬ ਨੇ ਕਿਹਾ ਕਿ ਸਾਡੇ ਕੋਲ ਮੈਜੋਰਟੀ ਸਮਾਲ ਐਂਡ ਮਾਰਜਨਲ ਫਾਰਮਰ ਨੇ, ਜਿਨ੍ਹਾਂ ਦੀ ਜਿਹੜੀ ਇਕਨੋਮਿਕ ਕੰਡੀਸ਼ਨ ਹੁੰਦੀ ਹੈ ਉਹ ਬਸ ਮਾਰਜਨ ਤੇ ਹੀ ਹੁੰਦੀ ਹੈ ਜਾਂ ਪੂਅਰ ਹੁੰਦੇ ਨੇ। ਉਹਨਾਂ ਦੀ ਸੇਵਾ ਕਰਨਾ ਆਪ ਜੀ ਵਾਸਤੇ ਨਾਲੇ ਪੁੰਨ ਤੇ ਨਾਲੇ ਉਹ ਬਹਿ ਗਏ, ਨਦੀ ਪਾਰ ਹੋ ਗਈ, ਅੱਗੇ ਜਾ ਕੇ ਸਤਿ ਸ਼੍ਰੀ ਅਕਾਲ ਬੁਲਾਈ। ਉਹਨੇ ਪੁੱਛਿਆ ਕਿ ਆਪ ਜੀ ਕੌਣ ਹੋ? ਕਹਿੰਦਾ ਵੀ ਮੈਂ DC ਹਾਂ। ਛੱਡ ਯਾਰ, ਕਹਿੰਦਾ ਮੈਂ ਸਮਝਿਆ ਪਟਵਾਰੀ ਹੈ ਸਾਡੇ ਪਿੰਡ ਦਾ। ਸੋ ਇਹ ਇੱਕ ਚੁਟਕਲਾ ਸਾਰਾ ਕੁਝ ਦੱਸਦਾ ਹੈਗਾ ਕਿ ਜ਼ਿਮੀਂਦਾਰ ਨੂੰ ਪਟਵਾਰੀ ਦੇ ਨਾਲ ਕਿੰਨਾ ਲਗਾਅ ਹੁੰਦਾ ਹੈਗਾ, ਕਿੰਨਾ ਉਹਨੂੰ ਆਪਣਾ ਸਮਝਦਾ। ਐਨੀਵੇ ਗੱਲਾਂ ਕਰਨ ਨੂੰ ਬਹੁਤ ਨੇ। ਮੈਂ ਤੁਹਾਨੂੰ ਇੱਕ ਹੋਰ ਉਦਾਹਰਨ, ਸਹੀ ਉਦਾਹਰਨ ਦਿੰਦਾ ਹੈਗਾ। ਬਿਲ ਗੇਟ ਨੂੰ ਸਾਰੇ ਜਾਣਦੇ ਆਪਾਂ। ਇੱਕ ਵਾਰ ਹਾਰਵਰਡ ਯੂਨੀਵਰਸਿਟੀ ਦੇ ਵਿੱਚ MBA ਦਾ ਬੈਚ ਇੱਦਾਂ ਹੀ ਵੈਲੀਡਿਕਟਰੀ ਹੋਣਾ ਸੀਗਾ ਤੇ ਹਾਰਵਰਡ ਯੂਨੀਵਰਸਿਟੀ ਵੱਡੀ ਹੈ, ਮੈਨੇਜਮੈਂਟ ਨੇ ਵੀ ਕਿਹਾ ਚਲੋ ਬਿਲ ਗੇਟ ਨੂੰ ਬੁਲਾ ਲਓ ਵੈਲੀਡਿਕਟਰੀ ਤੇ, ਇਹਨੂੰ ਵੀ ਅੱਜ ਆਪਾਂ ਵੈਲੀਡਿਕਟਰੀ ਸਮਝੀਏ। ਤੇ ਪਹਿਲਾਂ ਤਾਂ ਬਿਲ ਗੇਟ ਨੇ ਗੁੱਸਾ ਕੀਤਾ ਵੀ ਇਹ ਮੁੰਡੇ ਬੱਚੇ ਸੀਗੇ 2-2.5 ਸਾਲ ਤੁਹਾਡੇ ਕੋਲ ਪੜ੍ਹਦੇ ਰਹੇ, ਮੈਨੂੰ ਤੁਸੀਂ ਕਦੇ ਬੁਲਾਇਆ ਨਹੀਂ ਹੈਗਾ, ਚਲੋ ਅੱਜ ਵੈਲੀਡਿਕਟਰੀ ਤੇ ਬੁਲਾਇਆ। ਮੈਂ ਤੁਹਾਨੂੰ ਇੱਕ ਬੇਨਤੀ ਕਰਦਾ, ਤੁਹਾਨੂੰ ਬਹੁਤ ਵਧੀਆ ਪੈਕੇਜ ਮਿਲਣਗੇ, ਲੱਖਾਂ ਕਰੋੜਾਂ ਦੇ ਪੈਕੇਜ ਮਿਲਣਗੇ। ਕੁਦਰਤੀ ਗੱਲ ਹੈ ਹਾਰਵਰਡ ਯੂਨੀਵਰਸਿਟੀ ਤੋਂ MBA ਕਰਕੇ, ਇਹ ਗੱਲ ਵੀ 15 ਸਾਲ ਦੀ ਸਹੀ ਗੱਲ ਹੈ। ਕਹਿੰਦਾ ਵੀ ਤੁਸੀਂ ਡਿਟਰਮਿਨ ਕਰੋ ਕਿ ਜਦੋਂ ਵੀ ਜਿਹੜੀ ਵੀ ਡਿਊਟੀ ਆਪ ਜੀ ਪਰਫਾਰਮ ਕਰੋਗੇ, ਜਦੋਂ ਉਹਦੇ 'ਚ ਐਨਕਾਊਂਟਰ ਤੁਹਾਨੂੰ ਕਿਸੇ ਪੂਅਰ ਮੈਨ ਨਾਲ ਹੋਇਆ, ਤੁਸੀਂ ਡੈਡੀਕੇਟਡ ਵੇ ਦੇ ਨਾਲ ਉਹਦੀ ਸੇਵਾ ਕਰੋਗੇ। ਉਹਨੂੰ ਇਹ ਨਾ ਸਮਝ ਲੱਗੇ ਵੀ ਇਸ ਬੰਦੇ ਨੇ, ਇਸ ਆਫੀਸਰ ਨੇ ਇੰਨਾ ਮੇਰੇ ਨਾਲ ਮਿੱਠਾ ਬਿਹੇਵੀਅਰ ਕਿਵੇਂ ਕੀਤਾ। ਕਹਿੰਦਾ ਦੈਟ ਇਜ਼ ਯੋਰ ਕ੍ਰੈਡਿਟ। ਬਾਕੀ ਤੱਕ ਸਾਰੀ ਜ਼ਿੰਦਗੀ ਤੁਸੀਂ ਪੈਸਾ ਕਮਾ ਲੈਣਾ, ਉਹ ਤੁਹਾਡਾ ਹੈ, ਤੁਹਾਡੇ ਪਰਿਵਾਰ ਦਾ ਹੈ, ਤੁਹਾਡੇ ਕੈਰੀਅਰ ਬਣੇਗਾ। ਪਰ ਸਭ ਤੋਂ ਵੱਡੀ ਕਹਿੰਦਾ ਸੇਵਾ ਉਹ ਹੋਏਗੀ ਤੁਸੀਂ ਗਰੀਬ ਦੀ ਜਿਹੜੀ ਸੇਵਾ ਕਰੋਗੇ। ਸੋ in order to bring a change, be determined, you can bring a change. Thank you very much. ਗਿਆਨਮ ਦੇ MD ਗਲੋਵਰ ਸਾਹਿਬ ਔਰ ਸਾਹਮਣੇ ਨਵੇਂ ਸੀ ਆਪਣਾ ਪਟਵਾਰੀ ਦੇ ਭਰਤੀ ਹੋਈ ਹੈ, ਇਹ ਬੈਠੇ, ਪਰ ਮੈਨੂੰ ਅਜੇ ਵੀ ਵਿਸ਼ਵਾਸ ਨਹੀਂ ਆ ਰਿਹਾ ਵੀ ਇਹ ਪਟਵਾਰੀ ਨੇ। ਇਹਨਾਂ ਦੇ ਬੋਡੀ ਲੈਂਗੁਏਜ ਤੋਂ ਦੇਖ ਕੇ ਸੋਹਣੇ ਸੁਨੱਖੇ, ਜਵਾਨ, ਸਮਾਰਟ। ਮੈਨੂੰ ਯਾਦ ਆ ਗਿਆ ਸਾਡੇ ਡਾਕਟਰ ਗੁਰਮੋਹਨ ਵਾਲੀਆ ਸੀ, ਇੱਥੇ ਫਤਿਹਗੜ੍ਹ ਸਾਹਿਬ ਵੀ ਪ੍ਰਿੰਸੀਪਲ ਰਹੇ ਨੇ, ਮੁੜ ਕੇ ਗੁਰੂ ਗ੍ਰੰਥ ਸਾਹਿਬ ਦੇ ਵਾਈਸ ਚਾਂਸਲਰ ਰਹੇ ਨੇ। ਉੱਥੇ ਸਾਡੇ ਡਾਇਰੈਕਟਰ, ਮੈਂ ਕਿਉਂਕਿ SGPC ਦੇ ਕਾਲਜ ਅਨੰਦਪੁਰ ਸਾਹਿਬ ਖਾਲਸਾ ਕਾਲਜ ਤੋਂ ਮੈਂ ਦੱਸ ਦੇਵਾਂ, ਮੈਂ ਪ੍ਰਿੰਸੀਪਲ ਨਹੀਂ, ਮੈਂ ਪ੍ਰੋਫੈਸਰ ਹੀ ਰਿਹਾ ਪੰਜਾਬੀ ਦਾ ਉੱਥੇ। HOD ਮੈਂ ਪਿਛਲੇ ਸਾਲ ਰਿਟਾਇਰ ਹੋਇਆ। ਅਜੀਤ ਅਖਬਾਰ ਨਾਲ ਮੇਰਾ ਬੜੇ ਚਿਰ ਦਾ ਸੰਬੰਧ ਸੀ। ਉਹ ਰਿਟਾਇਰਮੈਂਟ ਤੋਂ ਬਾਅਦ ਮੈਂ ਇੱਥੇ ਅਜੀਤ ਅਖਬਾਰ ਚੰਡੀਗੜ੍ਹ ਤੋਂ ਮੈਂ ਦੇਖਦਾ। ਪ੍ਰੋਫੈਸਰ ਅਵਤਾਰ ਸਿੰਘ ਮਾੜੀਆਂ ਮੋਟੀਆਂ ਖਬਰਾਂ ਦੀਆਂ ਲੱਗਦੀਆਂ ਹੋਣੀਆਂ ਸਾਡੀਆਂ, ਪਰ ਖਬਰ ਮੈਂ ਕੋਈ ਇਨਫੋਰਮੇਟਰੀ ਨਹੀਂ ਦਿੰਦਾ ਜ਼ਿਆਦਾ, ਮੈਂ ਥੋੜ੍ਹੀ ਜਿਹੀ ਸਟੋਰੀ ਟਾਈਪ ਹੁੰਦੀ ਹੈ। ਬਾਕੀ ਸੂਚਨਾ ਵਾਲੀਆਂ ਮੈਂ ਉਹਨੂੰ ਬਹੁਤੀ ਖਬਰ ਵੀ ਨਹੀਂ ਮੰਨਦਾ ਵੈਸੇ, ਕਿ ਜਿਹੜੀ ਵੀ ਇੱਥੇ ਆਹ ਹੋ ਗਿਆ, ਇੱਥੇ ਆਹ ਹੋ ਗਿਆ, ਇੱਥੇ ਆਹ ਹੋ ਗਿਆ, ਉਹ ਤਾਂ ਹੁੰਦਾ ਹੀ ਰਹਿੰਦਾ। ਔਰ ਮੈਂ ਜਿਹੜੀ ਗੱਲ ਦੱਸਣ ਲੱਗਾ ਸੀ ਵਾਲੀਆ ਸਾਹਿਬ ਦੀ, ਮੈਂ ਇੱਕ ਵਾਰੀ ਉਹਨਾਂ ਦੇ ਬ੍ਰਦਰ ਸੀ ਨੰਗਲ, ਕਿਉਂਕਿ ਮੈਂ ਅਨੰਦਪੁਰ ਸਾਹਿਬ ਤੋਂ ਰਿਟਾਇਰ ਹੋਇਆ, ਕਹਿੰਦੇ ਮੇਰੇ ਬ੍ਰਦਰ ਨੇ ਉੱਥੇ ਟਰੱਕ ਯੂਨੀਅਨ ਦਾ ਪ੍ਰਧਾਨ ਆ ਅਤੇ ਉਹ ਕੋਈ ਸਮੱਸਿਆ ਉੱਥੇ ਉਹਨਾਂ ਨੂੰ। ਮੇਰੇ ਬਹੁਤ ਸੀ, ਮੈਂ ਕਿਹਾ ਕੋਈ ਗੱਲ ਨਹੀਂ ਪ੍ਰਧਾਨ ਸਾਹਿਬ ਨਾਲ ਗੱਲ ਕਰ ਲੈਂਦੇ ਹਾਂ। ਮੈਂ ਪ੍ਰਧਾਨ ਸਾਹਿਬ ਨੂੰ ਕਹਿੰਦੇ ਮਿਲਣਾ, ਮੈਂ ਕਿਹਾ ਮੈਂ ਉਹ PSL ਫੈਕਟਰੀ ਸੀ, ਕੋਈ ਕੰਮ ਕਰਦੇ ਸੀ ਉੱਥੇ ਉਹਨਾਂ ਦੇ ਬ੍ਰਦਰ। ਮੈਂ ਟਰੱਕ ਯੂਨੀਅਨ ਦਾ ਪ੍ਰਧਾਨ ਸੀ, ਉਹਨੂੰ ਮੈਂ ਕਿਹਾ ਮੈਂ ਵੀ ਚੰਡੀਗੜ੍ਹ ਚੱਲਣਾ। ਮੈਂ ਵਾਲੀਆ ਸਾਹਿਬ ਦੇ ਇੱਥੇ ਕਲਗੀਧਰ ਨਿਵਾਸ ਦੇ ਦਫ਼ਤਰ ਦੇ ਵਿੱਚ ਜਦੋਂ ਮੈਂ ਕਿਹਾ, ਮੈਂ ਪ੍ਰਧਾਨ ਸਾਹਿਬ ਆ ਗਏ। ਵਾਲੀਆ ਸਾਹਿਬ ਦੂਜਿਆਂ ਨੂੰ ਕਹਿੰਦੇ ਵੀ ਤੁਸੀਂ ਜਾਓ ਸੱਜੇ ਖੱਬੇ। ਅਤੇ ਮੈਂ ਜਦੋਂ ਉਹ ਪ੍ਰਧਾਨ ਸਾਹਿਬ ਨੂੰ ਅੰਦਰ ਐਂਟਰ ਕਰਾਇਆ, ਉਹ 2 ਮਿੰਟ ਦੇ ਹੱਕੇ ਪੱਕੇ ਰਹਿ ਗਏ। ਕਹਿੰਦਾ ਯਾਰ ਮੈਂ ਸੋਚਿਆ ਸੀ ਵੀ ਟਰੱਕ ਯੂਨੀਅਨ ਦਾ ਪ੍ਰਧਾਨ ਕੁੜਤਾ ਪਜਾਮਾ ਚਾਦਰਾ ਜਿਹਾ ਲਾਇਆ ਹੋਣਾ, ਕੋਈ ਮਨਾਸਾ ਜਿਹਾ ਬੰਨਿਆ ਹੋਣਾ, ਕੋਈ ਤਗੜਾ ਹੋਣਾ ਬੰਦਾ ਇਹੋ ਜਿਹਾ ਜਿਵੇਂ ਆਮ ਟਰੱਕ ਯੂਨੀਅਨ ਦੇ ਪ੍ਰਧਾਨ ਹੁੰਦੇ।
ਉਹ ਵਿਚਾਰਾ ਬੰਦਾ ਬੜਾ ਤੁਹਾਡੇ ਵਰਗਾ ਸਮਾਰਟ ਸੀ ਮੁੰਡਾ, ਕਹਿੰਦਾ ਯਾਰ ਇਹ ਤਾਂ ਕੋਈ ਫਿਲਮਾਂ ਦੇ ਵਿੱਚ ਕੰਮ ਕਰਨ ਵਾਲਾ ਬੰਦਾ ਲੱਗਦਾ, ਇਹ ਟਰੱਕ ਯੂਨੀਅਨ ਦਾ ਪ੍ਰਧਾਨ ਤਾਂ ਲੱਗਦਾ ਹੀ ਨਹੀਂ ਮੈਨੂੰ। ਉਹ ਹਿਸਾਬ ਹੈ ਵੀ ਮੈਂ ਜਦੋਂ ਐਂਟਰ ਹੋ ਰਿਹਾ ਮੈਂ ਬਾਰ-ਬਾਰ ਫਿਰ ਪੁੱਛ ਰਿਹਾ ਵੀ ਇਹ ਪਟਵਾਰੀ ਨੇ। ਔਰ ਸਾਡੀ ਜਨਰੇਸ਼ਨ ਤੇ ਮੈਨੂੰ ਅਜੇ ਤੱਕ ਸੀ ਵੀ ਮੇਰਾ ਵੀ ਵਾਹ ਰਿਹਾ ਕਿ ਅਸੀਂ ਪਿੰਡ ਦੇ ਬੰਦੇ, ਔਰ ਇਹੋ ਜਿਹੇ ਪਟਵਾਰੀਆਂ ਨਾਲ ਵਾਹ ਪਿਆ ਕਿਉਂਕਿ ਜਿੱਥੇ ਅਸੀਂ ਮਤਲਬ ਅਨਪੜ੍ਹ ਸਾਬਤ ਹੋ ਜਾਂਦੇ ਹਾਂ, ਅਸੀਂ ਅਨਪੜ੍ਹ ਹੀ ਹੁੰਦੇ ਹਾਂ ਉਹਦੇ ਸਾਹਮਣੇ, ਬਿਲਕੁਲ ਨਹੀਂ ਕੋਈ ਪਤਾ ਲੱਗਦਾ ਕੀ ਦਾ ਕੀ ਉਹ ਵਿੱਚ ਉਹਨਾਂ ਦੀ ਕਿਤੇ ਉਹਦੀ ਸ਼ਬਦਾਵਲੀ ਹੁੰਦੀ ਆ ਜਿਹੜੀ ਉਹ ਸਾਡੀ ਉਹ ਉਰਦੂ ਦੀ ਚੱਲੀ ਆ ਰਹੀ ਹੈ ਅਜੇ ਤੱਕ ਉਹ ਹੀ ਨਹੀਂ ਖਤਮ ਹੋਈ। ਤੁਸੀਂ ਮੈਨੂੰ ਲੱਗਦਾ ਉਸ ਤਰ੍ਹਾਂ ਦੀ ਅਜੇ ਸ਼ਬਦਾਵਲੀ ਥਾਣਿਆਂ 'ਤੇ ਵੀ ਚੱਲੀ ਜਾਂਦੀ ਹੈ, ਅਤੇ ਇਹ ਪਟਵਾਰਖਾਨਿਆਂ ਦੇ ਵਿੱਚ ਵੀ ਅਜੇ ਨਵੀਂ ਆਨਲਾਈਨ ਸਿਸਟਮ 'ਤੇ ਹੋ ਗਿਆ। ਔਰ ਪਟਵਾਰੀ ਦਾ ਸੰਬੰਧ ਤੁਸੀਂ ਕਹਿ ਰਹੇ ਸੀ ਪਟਵਾਰੀ, ਮੈਂ ਕਹਿੰਦਾ ਵੀ ਜਦੋਂ ਪਟਵਾਰੀ ਸ਼ਬਦ ਕਹਿ ਦਿੱਤਾ ਨਾ ਪਟਵਾਰੀ, ਤੇ ਪਟਵਾਰੀ ਬਾਰੇ ਦੱਸਣ ਦੀ ਮੁੜ ਕੇ ਲੋੜ ਨਹੀਂ ਹੈ ਕਿ ਪਟਵਾਰੀ ਕੀ ਹੁੰਦਾ, ਇਹਦਾ ਕੰਮ ਕੀ ਹੁੰਦਾ। ਬੱਚੇ ਤੋਂ ਲੈ ਕੇ ਬੁੱਢੇ ਤੱਕ, ਕੋਈ ਅੰਗਰੇਜ਼ ਹੋਵੇ ਕੋਈ ਬਾਹਰਲੇ, ਮਤਲਬ ਕੋਈ ਵੀ ਬੰਦਾ ਨਹੀਂ ਤਾਂ ਆਪਾਂ ਕਿਸੇ ਮਹਿਕਮੇ 'ਚ ਕੀ ਲੱਗਿਆ ਤੇਰਾ ਕੰਮ ਕੀ ਹੈ, ਕੰਮ ਮਹਿਕਮੇ ਥੋੜੇ ਮਹਿਕਮੇ 'ਚ ਪਤਾ ਹੁੰਦਾ। ਔਰ ਮੈਨੂੰ ਯਾਦ ਆ ਹਰਚੰਦ ਸਿੰਘ ਲੰਗੋਵਾਲ ਦੀ ਡੈਥ ਹੋਈ ਸੀ ਉਦੋਂ, ਤੇ ਅਸੀਂ ਪੰਜਾਬੀ ਯੂਨੀਵਰਸਿਟੀ ਪੜ੍ਹਦੇ ਸੀ, 3-4 ਜਣੇ ਬੱਸ 'ਚ ਬਹਿ ਗਏ, ਨਾਇਬ ਤਹਿਸੀਲਦਾਰ ਦਾ ਪੇਪਰ ਸੀਗਾ ਸੰਗਰੂਰ, ਤੇ ਉਦੋਂ ਹੀ ਉਹਦਾ ਭੋਗ ਸੀਗਾ ਲਾਗੇ ਲੰਗੋਵਾਲ ਸਾਹਿਬ ਦਾ, ਜਦੋਂ ਇਹ ਕੋਈ ਮੇਰੇ ਨਾਲ 84 ਚੈਂਪਲ ਕੀਤੀ, ਉਹ ਤੋਂ ਪਹਿਲਾਂ ਦੀ ਕੋਈ 2 ਸਾਲ ਦੀ ਗੱਲ ਆ। ਬਾਅਦ 'ਚ ਘਰਦਿਆਂ ਨੂੰ ਪਤਾ ਲੱਗਾ ਵੀ ਉੱਥੇ ਟੈਸਟ ਦੇਣ ਗਏ ਸੀ, ਤੇ ਮੁੜ ਕੇ ਵੀ ਸ਼ਾਮ ਨੂੰ ਉੱਥੇ ਚਲੇ ਗਏ ਨੇ, ਕਹਿੰਦੇ ਯਾਰ ਤੁਸੀਂ ਕਿਹੜੇ ਚੱਕਰਾਂ 'ਚ ਪਏ ਹੋ, ਮਤਲਬ ਤੁਸੀਂ ਅਸੀਂ ਕਿਹਾ ਵੀ ਉਹ ਨਾਇਬ ਤਹਿਸੀਲਦਾਰ ਦਾ, ਕਹਿੰਦੇ ਕੋਈ ਇਹੋ ਜਿਹਾ ਹੋਰ ਵਧੀਆ ਕੋਰਸ ਕਰੋ ਜਿਹੜਾ ਬੰਦਾ ਪਟਵਾਰੀ ਲੱਗ ਜਾਏ। ਮੈਂ ਕਿਹਾ ਨਾਇਬ ਤਹਿਸੀਲਦਾਰ ਤੇ ਪਟਵਾਰੀ, ਮਤਲਬ ਸਾਡੇ ਪਿੰਡਾਂ ਦੇ ਵਿੱਚ ਵੀ ਮਤਲਬ ਜਿਹੜੇ ਆ ਇਹੋ ਜਿਹੇ ਲੋਕ ਸੀਗੇ ਵੀ ਜਿਵੇਂ ਇਹਨਾਂ ਨੇ ਗੱਲ ਕੀਤੀ ਆ DC ਦੀ ਆ ਉਦਾਹਰਨ ਦੇ ਕੇ ਗਏ ਆ, ਇਸ ਕਰਕੇ ਪਟਵਾਰੀ ਤੇ ਇਹਦੇ ਬਾਰੇ ਤੇ ਬੜਾ ਕੋਈ ਜਿਹੜਾ ਬੋਲਿਆ ਜਾ ਸਕਦਾ, ਬੜਾ ਕੁਝ ਲਿਖਿਆ ਜਾ ਸਕਦਾ। ਮੇਰੇ ਖਿਆਲ ਸਾਡੇ ਲੋਕ ਗੀਤਾਂ ਦੇ ਵਿੱਚ ਪਟਵਾਰੀ ਸ਼ਬਦ ਬਾਰ-ਬਾਰ ਆਉਂਦਾ, ਮਤਲਬ ਜਿਹੜਾ ਨੰਬਰਦਾਰ ਪਟਵਾਰੀ, ਤੇ ਬੜੀ ਲੱਕੀ ਹੋ ਤੁਸੀਂ। ਔਰ ਗਿਆਨਮ ਨੇ ਇੱਥੇ ਇਹਨਾਂ ਨੇ ਤੁਹਾਡਾ ਰੱਖੀ ਆ ਪਾਰਟੀ, ਤੁਹਾਡੀ ਸਿਲੈਕਸ਼ਨ ਹੋਈ ਹੈ। ਮੈਨੂੰ ਹੁਣ ਪਤਾ ਲੱਗਾ ਵੀ ਪਟਵਾਰੀ ਦੇ ਵੀ ਕੋਚਿੰਗ ਸੈਂਟਰ ਹੁੰਦੇ ਆ ਭਾਈ, ਨਹੀਂ ਤਾਂ ਮੈਂ ਸੋਚਦਾ ਸੀ ਪਤਾ ਨਹੀਂ ਇਹ ਕਿੱਥੋਂ ਕਿਵੇਂ ਦੇ ਕਿਸ ਤਰ੍ਹਾਂ ਦੇ ਮਹਿਕਮੇ 'ਚ ਆ ਜਾਂਦੇ ਆ ਬੰਦੇ। ਮਤਲਬ ਪਟਵਾਰੀ ਬਾਰੇ ਮੇਰਾ ਹੋਰ ਹੀ ਰਾਏ ਸੀ, ਪਰ ਹੁਣ ਮੈਨੂੰ ਪਤਾ ਲੱਗਾ ਵੀ ਇਹ ਤਾਂ ਵਧੀਆ ਕੋਚਿੰਗ ਸੈਂਟਰ ਵੀ ਆ, ਤੇ ਕੋਰਸ ਵੀ ਹੁੰਦੇ ਆ, ਪੇਪਰ ਵੀ ਹੁੰਦੇ ਆ। ਨਹੀਂ ਤਾਂ ਪਹਿਲਾਂ ਤਾਂ ਇਹ ਸੀਗਾ ਵੀ ਇਹ ਪਤਾ ਨਹੀਂ ਜਿਵੇਂ ਆਮ ਪਿੰਡਾਂ ਦੇ ਨੰਬਰਦਾਰ ਹੁੰਦੇ ਆ ਨਾ, ਜੱਦੀ ਪੇਸ਼ਾ ਤੁਰਿਆ ਹੁੰਦਾ ਵੀ ਉਹਦੇ ਘਰੇਲੂ ਵੀ ਅਗਲਾ ਨੰਬਰਦਾਰ ਬਣ ਜਾਣਾ। ਸਰ ਇਦਾਂ ਹੈ ਜੀ ਵੀ DC ਲੱਗਣ ਲਈ ਇੱਕ ਪੇਪਰ ਦੇਣਾ ਪੈਂਦਾ ਆ, ਪਰ ਪਟਵਾਰੀ ਲੱਗਣ ਲਈ 2 ਦੇਣੇ ਪੈਂਦੇ। ਪਰ ਪਟਵਾਰੀ ਫਿਰ ਵੀ ਜਿਹੜਾ DC ਤੋਂ ਉੱਪਰ ਆ, DC ਪਟਵਾਰੀ ਦੇ ਅੱਗੇ ਅਨਪੜ੍ਹ ਆ, ਸਮਝੇ ਕਿ ਨਹੀਂ। ਜਿਹੜਾ ਤੁਸੀਂ ਉਹਦਾ ਪ੍ਰੈਕਟੀਕਲ ਹੁਣ ਤੇ ਮੈਨੂੰ ਯਾਦ ਲੱਠਾ ਤੇ ਲਾਲ ਲਕੀਰ ਤੇ ਆਨਲਾਈਨ ਤੇ ਹੁਣ ਹੋ ਗਿਆ ਸਿਸਟਮ ਬੜਾ, ਪਰ ਫਿਰ ਵੀ ਅਜੇ ਮਤਲਬ ਜੋ ਪਟਵਾਰੀ ਨੇ ਕਰਨਾ ਪਿੱਛੇ ਜੇ, ਕਿਉਂਕਿ ਵਾਹ ਪੈਂਦਾ ਪੱਤਰਕਾਰੀ ਕਰਕੇ ਵੀ ਹੜਤਾਲ ਹੋ ਜੇ ਨਾ ਪਟਵਾਰੀਆਂ ਦੀ, ਵਕਤ ਪੈ ਜਾਂਦਾ ਸਰਕਾਰ ਨੂੰ। ਔਰ ਅਸੀਂ ਇੱਥੇ ਗ੍ਰੇਡਾਂ ਵਾਸਤੇ ਹਿੰਦੁਸਤਾਨ ਦੇ ਵਿੱਚ ਇਕੱਲਾ ਪੰਜਾਬ ਸੂਬਾ, ਜਿੱਥੇ ਹਾਇਰ ਐਜੂਕੇਸ਼ਨ ਦੇ ਵਿੱਚ ਪੰਜਾਬ ਸੂਬੇ ਨੂੰ UGC ਦੇ ਸਕੇਲ ਇਕੱਲੇ ਨਹੀਂ ਮਿਲੇ, ਸਿਰਫ ਇਕੱਲਾ ਅਜੇ ਤੱਕ ਪੰਜਾਬ ਸੂਬਾ। ਇੱਥੇ ਭੁੱਖ ਹੜਤਾਲ 'ਤੇ ਵੀ ਬੈਠੇ, ਇੱਥੇ ਹੜਤਾਲ ਵੀ ਕਰ ਲਈ ਪ੍ਰੋਫੈਸਰ, ਇੱਥੇ ਵਿਚਾਰੇ ਯੂਨੀਵਰਸਿਟੀਆਂ ਦੇ ਇਕੱਠੇ ਹੋ ਕੇ ਆ ਜਾਂਦੇ ਆ। ਕੀ ਫਰਕ ਪੈਂਦਾ ਸਰਕਾਰ ਨੂੰ, ਬੱਚੇ ਦੀਆਂ ਕਲਾਸਾਂ ਨਹੀਂ ਲੱਗਣਗੀਆਂ, ਪਰ ਤੁਹਾਡੀ ਸਟ੍ਰਾਈਕ ਹੋ ਜਾਏ 2 ਦਿਨ ਦੀ ਤੇ ਵਕਤ ਪੈ ਜਾਂਦਾ ਗੌਰਮੈਂਟ ਨੂੰ ਜਿਹੜੀ ਹੈ। ਇਸ ਕਰਕੇ ਤੁਹਾਡਾ ਕੰਮ ਹੀ ਇਸ ਤਰ੍ਹਾਂ ਦਾ ਲੋਕਾਂ ਦੇ ਨਾਲ, ਔਰ ਉਹ ਕੰਮ ਜਿਹੜਾ ਸਿਰਫ ਤੁਸੀਂ ਕਰ ਸਕਦੇ ਹੋ, ਉਹਦਾ ਅਲਟਰਨੇਟਿਵ ਵੀ ਕੋਈ ਨਹੀਂ ਹੁੰਦਾ ਗੌਰਮੈਂਟ। ਡਰਾਈਵਰ ਕਰ ਦੇਣ ਸਟ੍ਰਾਈਕ, ਅਗਲੇ ਦਿਨ ਕਹਿੰਦੇ ਬੁਲਾਓ ਯਾਰ ਉਧਰ 40-50 ਡਰਾਈਵਰ ਹੋਰ ਕਿਸੇ ਮਹਿਕਮੇ ਦੇ, ਐਂਬੂਲੈਂਸ ਦੇ 108 ਦੇ ਲੈਟਰ ਪੱਟਰ ਇਕੱਠੇ ਕਰਕੇ ਬੱਸਾਂ ਜਾਂ ਤੋਰ ਦਿੰਦੇ ਆ। ਕਦੀ ਅਜੇ ਤੱਕ ਮੈਂ ਨਹੀਂ ਸੁਣਿਆ ਵੀ ਪਟਵਾਰੀ ਹੜਤਾਲ 'ਤੇ ਹੋਏ ਹੋਣ ਤੇ ਬੁਲਾਓ ਵੀ ਪਟਵਾਰੀ ਕਿਸੇ ਦੂਜੇ ਬੰਦਿਆਂ ਨੂੰ ਜਿਹੜੀ ਕੋਈ ਡਿਊਟੀ ਕਰਦਾ। ਜਨਗਣਨਾ ਸੰਖਿਆ, ਮਰਦਮਸ਼ੁਮਾਰੀ, ਸਕੂਲ ਟੀਚਰਾਂ ਨੂੰ ਜਿੱਥੇ ਮਰਜ਼ੀ ਲਾ ਦਿਓ, ਹੋਰ ਮਹਿਕਮੇ ਦੇ ਲਾਈ ਜਾਂਦੇ ਆ। ਪਰ ਪਟਵਾਰੀ ਹੈ, ਪਟਵਾਰੀ ਦਾ ਕੰਮ ਪਟਵਾਰੀ ਹੀ ਕਰੇਗਾ। ਤੇ ਇਸ ਕਰਕੇ ਤੁਸੀਂ ਬੜੇ ਲੱਕੀ ਹੋ, ਸ਼ੁਭ ਸ਼ਾਮਾਂ ਤੁਹਾਨੂੰ। ਔਰ ਜਿਹੜੀ ਕਹਿ ਕੇ ਗਏ ਗੱਲ ਵੀ ਜਿਹੜਾ ਉਹ ਕਹਿੰਦੇ ਸੁਰਮਾ ਤੇ ਹਰ ਕੋਈ ਪਾ ਸਕਦਾ, ਪਰ ਮਟਕਾਉਣਾ ਕਿਸੇ ਨੂੰ ਆਉਂਦਾ। ਪਟਵਾਰੀ ਲੱਗਣਾ ਜਿੰਨਾ ਔਖਾ ਕੰਮ ਹੈ, ਉਹ ਤੋਂ ਜ਼ਿਆਦਾ ਹੋਰ ਔਖਾ ਕੰਮ ਹੈ ਜਿਹੜੀ ਤੁਸੀਂ ਡਿਊਟੀ ਨਿਭਾਉਣੀ ਹੈ। ਇੰਨਾ ਸੌਖਾ ਕੰਮ ਨਹੀਂ ਹੈ। ਔਰ ਜਿਹੋ ਜਿਹਾ ਮਾਹੌਲ ਹੈ, ਜਿਹੋ ਜਿਹੇ ਸਿਸਟਮ ਦੇ ਵਿੱਚ ਤੁਸੀਂ ਰਹਿ ਰਹੇ ਹੋ,
ਔਰ ਅੱਜ ਕੱਲ੍ਹ ਤੁਸੀਂ ਪੜ੍ਹ ਹੀ ਰਹੇ ਹੋ ਸਾਰਾ ਕੁਝ ਸਰਕਾਰ ਦੀਆਂ ਜਿਹੜੀਆਂ ਜ਼ਮੀਨਾਂ, ਬੜਾ ਲੇਟੈਸਟ ਤੁਹਾਡਾ ਇਸ਼ੂ ਚੱਲ ਰਿਹਾ ਮੁੱਦਾ, ਜਿਹੜਾ ਪੰਚਾਇਤ ਦੀਆਂ ਜ਼ਮੀਨਾਂ ਜਿਹੜੀਆਂ ਨੇ ਸਰਕਾਰੀ ਜ਼ਮੀਨਾਂ ਸੀ ਜਿਹੜੀਆਂ ਉਹ ਲੀਜ਼ 'ਤੇ ਕਿਸ ਤਰ੍ਹਾਂ ਕੀਤਾ ਪਿਆ ਸਾਰਾ ਛਡਾ ਰਹੇ ਹੋ। ਉਹਦੇ ਵਿੱਚ ਮੇਨ ਮੁੱਖ ਧੁਰਾ ਜਿਹੜਾ ਥੱਲੇ ਉਹੀ ਫਿਰ ਉੱਥੇ ਪਟਵਾਰੀ 'ਤੇ ਗੱਲ ਆਉਂਦੀ ਹੈ। ਔਰ ਉਹ ਕਹਿੰਦੇ ਕਈ ਵਾਰੀ ਤਲਵਾਰ ਦਾ ਕੱਟਿਆ ਬੰਦਾ ਬਚ ਜਾਂਦਾ, ਕਲਮ ਦਾ ਮਾਰਿਆ ਬੰਦਾ ਬਚਦਾ ਨਹੀਂ। ਜਿੱਥੇ ਤੁਹਾਡੀ ਇਹ ਕਲਮ ਚੱਲ ਗਈ, ਜੋ ਲਿਖ ਗਏ ਉਹ ਲਿਖ ਗਏ। ਇਸ ਕਰਕੇ ਬੜਾ ਸੁਚੇਤ ਹੋ ਕੇ, ਬੜਾ ਅਲਰਟ ਹੋ ਕੇ ਔਰ ਇਸ ਮਾਹੌਲ ਨੂੰ ਸਮਝਦੇ ਹੋਏ, ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਤੁਹਾਡੇ ਉੱਤੇ ਬੜਾ ਵੱਡਾ ਇੱਕ ਇਹ ਜ਼ਿੰਮੇਵਾਰੀ ਵਾਲਾ ਇਹ ਕੰਮ ਹੈ। ਇਸ ਕਰਕੇ ਮੇਰੀ ਤਾਂ ਇਹੋ ਹੀ ਤੁਹਾਨੂੰ ਅਪੀਲ ਹੈ ਵੀ ਕੰਮ ਜਿਹੜਾ ਇਹ ਪਟਵਾਰੀ ਵਾਲਾ ਜਿਹੜਾ, ਜੇ ਤੁਸੀਂ ਬਿਲਕੁਲ ਆਪਣੀ ਕਮਿਟਮੈਂਟ ਦੇ ਨਾਲ, ਵਚਨਬੱਧਤਾ ਦੇ ਨਾਲ ਇਹ ਕਰੋਗੇ, ਆਪਣੀ ਜ਼ਮੀਰ ਨੂੰ ਮਾਰੋਗੇ ਨਹੀਂ, ਆਪਣੀ ਜ਼ਮੀਰ ਨੂੰ ਜਾਗਦੇ ਹੋਏ ਕੰਮ ਕਰੋਗੇ ਤੇ ਬਿਲਕੁਲ ਗਲਤੀਆਂ ਹੋ ਜਾਂਦੀਆਂ ਨੇ ਕਈ ਵਾਰੀ, ਅਣਜਾਣੇ ਹੋ ਜੇ, ਪਰ ਜੇ ਕੋਈ ਨੋਇੰਗਲੀ ਜਾਣ ਬੁੱਝ ਕੇ ਬੰਦਾ ਗਲਤੀ ਕਰਦਾ ਤੇ ਉਹ ਗਲਤੀ ਨਹੀਂ ਹੁੰਦੀ। ਇਸ ਕਰਕੇ ਤੁਹਾਡੇ ਤੇ ਬੜੀ ਵੱਡੀ ਇਹ ਜ਼ਿੰਮੇਵਾਰੀ ਹੈ। ਔਰ ਇਹੋ ਜਿਹਾ ਬੈਚ, ਇਹੋ ਜਿਹੇ ਸਿਆਣੇ, ਔਰ ਮੈਨੂੰ ਤਾਂ ਲੱਗ ਰਿਹਾ ਜਿਵੇਂ ਅੰਗਰੇਜ਼ੀ ਦੇ ਵਿੱਚ ਸ਼ੁਰੂ ਕੀਤਾ, ਮੈਂ ਕਿਹਾ ਯਾਰ ਮੇਰੀ ਤਾਂ ਅੰਗਰੇਜ਼ੀ ਵੀ ਬੜੀ ਇਹੋ ਜਿਹੀ ਆ, ਤੇ ਚੰਗਾ ਹੋ ਗਿਆ ਬਾਅਦ 'ਚ ਮੁੜ ਕੇ ਪੰਜਾਬੀ 'ਚ ਕੰਮ ਸ਼ੁਰੂ ਹੋ ਗਿਆ ਤੇ ਮੈਨੂੰ ਵੀ ਸੌਖਾ ਲੱਗਿਆ। ਤੇ ਮੈਂ ਫਿਰ ਉਦੋਂ ਹੈਰਾਨ, ਮੈਂ ਵੀ ਪਟਵਾਰੀਆਂ ਦਾ ਕੰਮ ਆ, ਇੱਥੇ ਅੰਗਰੇਜ਼ੀ 'ਚ ਕੰਮ ਕੋਲ ਸ਼ੁਰੂ ਹੋ ਗਿਆ ਤੇ ਬਹੁਤ ਵਧੀਆ ਲੱਗਾ। ਤੇ ਸਰਦਾਰ ਸਾਹਿਬ ਨਾਲ ਮੇਰਾ ਪੰਜਾਬੀ ਯੂਨੀਵਰਸਿਟੀ ਦੀ ਨੁਮਲਾਈ ਬਣੀ ਹੋਈ ਹੈ ਤੇ ਗਰੋਵਰ ਸਾਹਿਬ ਨਾਲ ਸਾਡਾ ਥੋੜ੍ਹੇ ਚਿਰ ਤੋਂ ਹੀ, ਸਾਲਾਂ ਤੋਂ ਸੰਬੰਧ ਆ। ਤੇ ਇੱਥੇ ਚੰਡੀਗੜ੍ਹ ਆ ਗਏ ਸੀ ਤੇ ਇਹਨਾਂ ਦਾ ਮੈਨੂੰ ਪਤਾ ਲੱਗਾ ਵੀ ਇਹ ਕੋਚਿੰਗ ਸੈਂਟਰ ਵੀ ਇੱਥੇ ਪਟਵਾਰੀਆਂ ਦੇ ਬਹੁਤ ਵਧੀਆ ਗੱਲ ਆ। ਸਾਡੇ ਤਾਂ ਬਹੁਤੇ ਆਈਲੈਟਸ ਨੂੰ ਤੁਰੇ ਹੁੰਦੀ ਜਨਤਾ, ਜਿੰਨਾ ਮਾਝਾ ਪਹਿਲਾਂ ਦੁਆਬਾ ਗਿਆ, ਮਾਝਾ ਦੀ ਨਹੀਂ ਪੈਂਦੀ ਜਾਣਦੀ, ਉਹ ਕੰਡਿਆਲੀ ਤਾਰ ਲਾਤੀ ਆ, ਬਿਜ਼ਨਸ ਖਤਮ ਹੋ ਗਿਆ। ਤੇ ਇੱਧਰ ਮਾਲਵਾ ਵਿਚਾਰਾ ਉੱਦਾਂ ਹੀ ਹੋਸ਼ ਆਏਗਾ ਤਾਂ ਸਾਡੇ ਨਾਲ ਲੜੇਗਾ। ਇਸ ਕਰਕੇ ਇੱਦਾਂ ਦੀ ਹਾਲਾਤ ਜੇ ਸੀਗੇ, ਤੇ ਇਸ ਕਰਕੇ ਬਹੁਤੇ ਸੈਂਟਰਾਂ ਦੇ ਵਿੱਚ ਹੁਣ ਆਈਲੈਟਸ ਹੀ ਚੱਲੀ ਜਾ ਰਹੀ ਹੈ। ਮਤਲਬ ਕਿੰਨੇ ਬੈਂਡ ਲਿਆਣੇ, ਫਿਰ ਮੌਕਾ ਮਿਲਿਆ ਤੇ ਕਰਾਂਗੇ। ਬਹੁਤ ਬਹੁਤ ਮੇਰੇ ਵੱਲੋਂ ਸ਼ੁਭ ਇਸ਼ਾਵਾਂ। ਵੈਸੇ ਇਹ ਇਕੱਲਾ ਮਹਿਕਮਾ ਵੇਖਿਆ ਬੜੇ ਘੱਟ ਹੁੰਦੇ ਨੇ, ਨਹੀਂ ਯਾਰ ਇਹਦੇ 'ਚ ਤਰੱਕੀ ਦੀ ਲੋੜ ਨਹੀਂ। ਸਾਡੇ ਹੁੰਦਾ ਵੀ ਪ੍ਰੋਫੈਸਰ ਲਾ, ਅਸਿਸਟੈਂਟ ਲੱਗ ਗਿਆ, ਪ੍ਰੋਫੈਸਰ ਬਣ ਜੇ, ਪ੍ਰਿੰਸੀਪਲ ਬਣ ਜੇ, ਵਾਈਸ ਚਾਂਸਲਰ ਤੱਕ ਵੀ ਅੱਗੇ ਨੂੰ ਚਲੀਏ। ਤੇ ਇਹ ਪਟਵਾਰੀ ਨੂੰ ਜੇ ਕਿਤੇ ਪ੍ਰਮੋਸ਼ਨ ਦਾ ਪੈ ਜੇ ਚੱਕਰ, ਤੇ ਮੈਨੂੰ ਲੱਗਦਾ ਸਾਡੇ ਵੱਲ ਅਨੰਦਪੁਰ ਸਾਹਿਬ ਵੱਲ 2-3 ਸੀਗੇ, ਉਹ ਕਹਿੰਦੇ ਉਹ ਜਾਣ ਕੇ ਕੋਈ ਉਹ ਪ੍ਰੋਬਲਮ ਜੀ ਕ੍ਰੀਏਟ ਕਰ ਦਿੰਦੇ ਸੀ, ਸਸਪੈਂਡ ਹੋ ਜਾਂਦੇ ਸੀ, ਆਪਣੀ ACR ਖਰਾਬ ਕਰ ਲੈਣੀ, ਕਹਿੰਦਾ ਹੁਣ ਪਟਵਾਰੀ ਠੀਕ। ਮੈਂ ਕਿਹਾ ਯਾਰ ਤੂੰ ਇਹ ਕਿਉਂ? ਸਾਡੇ ਪਿੰਡਾਂ 'ਚ ਕੰਡਕਟਰ ਹੁੰਦੇ ਸੀ, ਉਹ ਸ਼ਾਇਦ ਕੰਡਕਟਰ ਤੋਂ ਉੱਤੇ ਨਹੀਂ ਬਣਨਾ ਚਾਹੁੰਦੇ, ਆਪਣਾ ਥੈਲੇ ਜੇ ਸ਼ਾਮ ਨੂੰ ਆਪਣਾ, ਮੈਂ ਕਹਿੰਦਾ ਉਹ ਵੀ ਨਹੀਂ ਸੋਚ ਸਕਦੀ ਜਿਹੜੀ ਸਗੋਂ ਤੁਸੀਂ ਉੱਤੇ ਜਾ ਕੇ ਅੱਗੇ ਜਿਹੜਾ ਤੁਹਾਡਾ ਹੋਰ ਦਾਇਰਾ ਜਿਹੜਾ ਵਧਣਾ ਚਾਹੀਦਾ। ਤੇ ਚੰਗੇ ਕੰਮ ਤੁਸੀਂ ਕਰਨੇ ਆ, ਪ੍ਰਮੋਸ਼ਨ ਵੀ ਤੁਹਾਡੀ ਹੋਣੀ ਹੈ। ਤੇ ਜੇ ਮਾੜਾ ਕੰਮ ਕਰੋਗੇ ਤਾਂ ਪ੍ਰਮੋਸ਼ਨ ਜਿਹੜੀ ਉੱਥੋਂ ਹੀ ਪਤਾ ਲੱਗ ਜਾਏਗਾ ਵੀ ਤੁਹਾਡੀ ਜਿਹੜੀ ਆ ਉਹ ਰੁਕ ਗਈ ਹੈ। ਇਸ ਕਰਕੇ ਪ੍ਰਮੋਸ਼ਨ ਵੀ ਜਿਹੜੀ ਲੈਣੀ ਉਹ ਜ਼ਰੂਰੀ ਹੈ। ਇਸ ਕਰਕੇ ਵਧੀਆ ਹਿੰਮਤ ਜੀ ਬੜਾ ਪਿੰਡ ਦੇ ਵਿੱਚ ਹੁਣ ਤੱਕ ਮੈਂ ਦੇਖਿਆ ਥੈਲੇ ਜੇ ਲਟਕਾਏ ਹੋਣੇ ਉਹਨੇ। ਮੈਂ ਪੁੱਛਣਾ ਇੱਕ ਨੂੰ ਤਰੀਕ, ਕਹਿੰਦਾ ਜੀ ਆਹ ਵੀਰਵਾਰ ਤਰੀਕ ਦੀ ਹੈ, ਬੁੱਧਵਾਰ ਦੀ ਥੱਲੇ ਢੱਗੇ ਹੋਣੇ ਪਟਵਾਰੀਆਂ, ਉਹਦੇ 'ਚ ਹੀ ਆਪਣਾ ਇਸ ਕਰਕੇ ਇਹ ਹੁਣ ਤੁਹਾਡੇ ਦੇ ਉੱਤੇ ਬੜਾ, ਸਰਕਾਰ ਵੀ ਬਦਲੀ ਹੈ, ਦੇਖੋ ਕੀ ਕਰ ਰਹੀ ਹੈ, ਬੜਾ ਕੁਝ ਨਵੇਂ ਤੋਂ ਨਵੇਂ ਰੋਜ਼ ਬਿਆਨ ਆ ਰਹੇ ਆ। ਪਰ ਇਹਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਜਿਹੜਾ ਉਹ ਖਾਸ ਕਰਕੇ ਇਹੋ ਜਿਹੇ ਮਹਿਕਮਿਆਂ ਦਾ ਬੜਾ ਵੱਡਾ ਹੁੰਦਾ, ਜਿਹੜੇ ਮਹਿਕਮਿਆਂ ਤੇ ਖੇਤੀਬਾੜੀ ਦਾ ਸੰਬੰਧ ਹੈ, ਕੋਈ ਫਿਰ ਤੁਹਾਡੇ ਨਾਲ ਜ਼ਮੀਨ ਦਾ ਸੰਬੰਧ ਪਟਵਾਰੀ ਨਾਲ ਜੁੜਦਾ। ਇਸ ਕਰਕੇ ਜੇ ਤੁਸੀਂ ਸਾਰਾ ਸਿਸਟਮ ਇਹਨੂੰ ਠੀਕ ਕਰਦੇ ਹੋ ਤੇ ਮੇਰਾ 50-60% ਤੇ ਸਾਰਾ ਸਿਸਟਮ ਜਿਹੜਾ ਉਹ ਸ਼ੁਕਰੀਆ ਬਹੁਤ ਬਹੁਤ। ਔਰ ਮੈਨੂੰ ਇੱਕ ਗੱਲ ਹੋਰ ਯਾਦ ਆ ਗਈ ਹੈ ਨਾ, ਮੈਂ ਕਿਹਾ ਮੈਂ ਵੀ ਸ਼ੇਅਰ ਕਰੀ ਨਾਲ ਹੈ ਨਾ। ਮੈਨੂੰ ਯਾਦ ਹੈ ਕਿਉਂਕਿ ਪ੍ਰੋਫੈਸਰ ਗੱਲ ਕਰ ਰਹੇ ਸੀ ਤੇ ਬਾਅਦ ਅੱਗੇ ਵੱਧ ਸਕਦਾ। ਮੈਨੂੰ ਯਾਦ ਹੈ ਕਿ ਮੈਂ ਬੈਂਕ ਵਿੱਚ ਮੇਰੀ ਪੋਸਟਿੰਗ ਹੋਈ, ਦੜਦੇ ਪੋਸਟਿੰਗ ਹੋਈ, ਇਹ ਸੁਨਾਮ ਦੇ ਕੋਲ ਪਿੰਡ ਪੈਂਦਾ, ਮਹਿਲਾ ਚੌਕ ਤੋਂ ਜਿਹੜਾ ਸੀਗਾ ਅੱਗੇ ਜਦੋਂ ਪਾਤੜਨ ਜਾਂਦੇ ਉਸ ਰੋਡ ਦੇ ਉੱਤੇ ਪੈਂਦਾ। ਦਿਨ ਵੀ ਬਹੁਤ ਖਰਾਬ ਸੀਗੇ, 91 ਦੀ ਗੱਲ ਕਰ ਰਿਹਾ ਮੈਂ, ਤੇ ਮੇਰੇ ਕੋਲ ਆ ਜਾ ਕਰੇ, ਆਹ ਲੋਨ ਕਰੋ ਜੀ, ਇਹਦਾ ਲੋਨ ਕਰੋ ਜੀ, ਇਹਦਾ ਲੋਨ ਕਰੋ। ਮੈਂ ਚੱਕ ਕੇ ਫਾਈਲਾਂ ਜਿਹੜੇ ਸੀ ਪਾਸੇ ਰੱਖ ਦਿੱਤੇ, ਮੈਂ ਕਿਸੇ ਦਾ ਲੋਨ ਸੈਂਕਸ਼ਨ ਨਹੀਂ ਕੀਤਾ। ਮੈਨੂੰ ਪਤਾ ਸੀ ਕਿ ਸਾਰਾ ਕੰਮ ਜਾਲੀ ਹੋ ਰਿਹਾ, ਪਰ ਪੋਲੀਟੀਸ਼ੀਅਨ ਦਾ ਪੋਲੀਟੀਸ਼ੀਅਨ ਹੈ ਕਿਤੇ ਨਾ ਕਿਤੇ ਜਿਹੜਾ ਸੀਗਾ। ਮੈਨੂੰ ਯਾਦ ਹੈ, ਮੈਂ ਗੱਲ ਇਸ ਕਰਕੇ ਸੁਣਾ ਰਿਹਾ ਕਿ ਜਦੋਂ ਕੋਈ ਕੰਮ ਤੁਸੀਂ ਆਪਣਾ ਸੱਚੇ ਸੁਚੱਜੇ ਤਰੀਕੇ ਨਾਲ ਕਰੋ, ਫਿਰ ਕਿਸੇ ਤੋਂ ਡਰਨ ਦੀ ਜ਼ਰੂਰਤ ਨਹੀਂ। ਉਹ ਉਸ ਵੇਲੇ ਉਹਨੇ ਮਤਲਬ ਕਿ ਪੋਲੀਟੀਕਲੀ ਜਿਹੜਾ ਸੀਗਾ ਆਰਗੇਨਾਈਜ਼ ਕੀਤਾ, ਔਰ ਉਸ ਵੇਲੇ ਡਿਪਟੀ ਚੀਫ ਮਿਨਿਸਟਰ ਸੀਗੇ ਰਜਿੰਦਰ ਕੌਰ ਭੱਠਲ ਸੀ। ਇੱਕ ਮੀਟਿੰਗ ਆਰਗੇਨਾਈਜ਼ ਕੀਤੀ ਸਾਡੀ ਬ੍ਰਾਂਚ ਦੇ ਬਾਹਰ,
ਉਹਦੇ 'ਚ ਹਜ਼ਾਰਾਂ ਲੋਕ ਇਕੱਠੇ ਹੋਏ ਤੇ ਉਹਦੇ ਇਕੱਠਿਆਂ ਹੋ ਕੇ ਮਤਲਬ ਬਾਕੀ ਗੱਲ ਇਸ਼ੂ ਹੋਰ ਸੀਗੇ ਤੇ ਡਿਪਟੀ ਚੀਫ ਮਿਨਿਸਟਰ ਨੇ ਅਨਾਉਂਸ ਕੀਤਾ ਕਿ ਮੈਂ ਅੱਜ ਇਸ ਮੈਨੇਜਰ ਨੂੰ ਸਸਪੈਂਡ ਕਰਤਾ, ਠੀਕ ਹੈ ਜੀ। ਔਰ ਅਖਬਾਰ ਦੇ ਵਿੱਚ ਅਗਲੇ ਦਿਨ ਆ ਗਿਆ ਜੀ ਕਿ ਵੀ ਇਹ ਮੈਨੇਜਰ ਜਿਹੜਾ ਸੀ ਇੱਥੇ ਦੇ ਸਸਪੈਂਡ ਕਰ ਦਿੱਤੇ ਗਏ ਨੇ। ਮੈਂ ਕਿਹਾ ਤੁਸੀਂ ਮੈਨੂੰ ਕੌਣ ਹੁੰਦੇ ਸਸਪੈਂਡ ਕਰਨ ਵਾਲੇ? ਤੁਹਾਡੀ ਕੀ ਜ਼ਰੂਰਤ ਮੈਨੂੰ ਸਸਪੈਂਡ ਕਰਨ ਦੀ? ਮੈਂ ਬੈਂਕ ਦਾ EMPLOYE ਹਾਂ, ਮੈਂ ਤੁਹਾਡਾ EMPLOYE ਹੈ ਨਹੀਂ, ਠੀਕ ਹੈ ਜੀ। ਉਹ ਕਟਿੰਗ ਮੇਰੇ ਕੋਲ ਹਾਲੇ ਵੀ ਕਿਤੇ ਕਿਤੇ ਪਈ ਹੋਣੀ ਹੈ, ਠੀਕ ਹੈ। ਉਹਨਾਂ ਨੇ ਆਪਣੇ ਕਾਗਜ਼ਾਂ 'ਚ ਬਿਆਨਾਂ 'ਚ ਕਹਿ ਦਿੱਤਾ ਕਿ ਸਸਪੈਂਡ ਕਰਤਾ, ਪਰ ਵਨਸ ਅਗੇਨ ਜਦੋਂ ਮੈਨੂੰ ਪਤਾ ਕਿ ਮੈਂ ਆਪਣੇ ਕੰਮ ਠੀਕ ਤਰੀਕੇ ਨਾਲ ਕਰ ਰਿਹਾ, ਮੈਂ ਉਸੇ ਵੇਲੇ ਲੈਟਰ ਕੱਢ ਦਿੱਤੀ, ਪਹਿਲਾਂ ਹੀ ਕੱਢ ਦਿੱਤੀ ਸੀ ਕਿ ਇਹ ਇਹਨਾਂ ਨੇ ਇਸ ਤਰ੍ਹਾਂ ਦੇ ਬਿਆਨ ਦਿੱਤੇ ਨੇ। ਪਰ ਜੋ ਇਸ ਕਰਕੇ ਜਿਹੜਾ ਸੀਗਾ ਯੂ ਹੈਵ ਟੂ ਟੇਕ ਆਲ ਦ ਪ੍ਰੀਕਾਸ਼ਨਸ ਆਲਸੋ, ਸੋ ਨੋ ਐਕਸ਼ਨ ਵਾਸ ਟੇਕਨ। ਸੋ ਸਿਮਿਲਰਲੀ ਮੈਨੂੰ ਯਾਦ ਹੈ ਫਿਰ ਪੋਸਟਿੰਗ ਜਬਲਪੁਰ ਵੀ ਹੋਈ ਇੱਕ ਵਾਰੀ ਮੇਰੀ, ਉੱਥੇ ਕੁਝ ਲੋਕ ਹੋਰ ਆ ਗਏ ਕਿ ਸਾਡੇ ਲੋਨ ਸੈਂਕਸ਼ਨ ਕਰੋ ਜੀ। ਮੈਂ ਮਨਾ ਕਰਦਾ, ਮੈਂ ਕਿਹਾ ਤੁਹਾਡੀ ਐਲੀਜੀਬਿਲਟੀ ਨਹੀਂ ਬਣਦੀ। ਉਹਨੇ ਜੀ ਮਰਨ ਵਰਤ ਰੱਖ ਲਿਆ ਬੈਂਕ ਦੇ ਅੱਗੇ, ਠੀਕ ਹੈ ਜੀ, ਧਰਨਾ ਲਾ ਲਿਆ, ਠੀਕ ਹੈ ਜੀ। ਮੈਂ ਕਿਹਾ ਲਾਈ ਤਾਂ ਜਿਹੜੇ ਧਰਨੇ ਲਾਣੇ ਨੇ, ਠੀਕ ਹੈ। ਜਿਹੜੇ ਕੰਮ ਤੁਸੀਂ ਕੋਈ ਪੂਰੇ ਨਹੀਂ ਕਰਦੇ ਕੰਡੀਸ਼ਨਸ, ਆਈ ਐਮ ਨਾਟ ਗੋਇੰਗ ਟੂ ਡੂ, ਠੀਕ ਹੈ ਜੀ। ਸੋ ਨਥਿੰਗ ਹੈਪਨਡ ਦੇਅਰ ਆਫਟਰ ਆਲਸੋ। ਸੋ ਇਸ ਤਰੀਕੇ ਨਾਲ ਮੈਂ ਸਿਰਫ ਇੰਨਾ ਹੀ ਕਹਿਣਾ ਚਾਹੁੰਦਾ ਦੁਬਾਰਾ ਤੁਹਾਨੂੰ ਇਹ ਕਿ ਜਦੋਂ ਤੁਸੀਂ ਆਪਣੀ ਜ਼ਮੀਰ ਨੂੰ ਸਾਈਡ ਤੇ ਰੱਖ ਕੇ ਕੰਮ ਕਰੋਗੇ ਉਹ ਗਲਤੀਆਂ ਹੋਣਗੀਆਂ। ਜਦੋਂ ਤੁਸੀਂ ਆਪਣੇ ਦਿਲ ਨੂੰ ਖੰਗੋਲ ਕੇ ਗੱਲ ਕਰੋਗੇ ਕਿ ਇਹ ਕੰਮ ਠੀਕ ਹੈ, ਤੁਹਾਡਾ ਦਿਲ ਬੋਲਦਾ ਕਿ ਇਹ ਕੰਮ ਠੀਕ ਹੈ ਕਿ ਗਲਤ ਹੈ। ਜੇ ਕੰਮ ਠੀਕ ਹੋਏਗਾ ਤਾਂ ਤੁਹਾਨੂੰ ਕੋਈ ਕੁਝ ਨਹੀਂ ਕਹਿ ਸਕਦਾ, ਔਰ ਫਿਰ ਜੇ ਕੋਈ ਗਲਤੀ ਵੀ ਹੋ ਜਾਏ ਉਹ ਵੀ ਮਾਫ ਹੋ ਜਾਏ, ਕਿਉਂਕਿ ਤੁਸੀਂ ਤੁਹਾਡੀ ਨੀਅਤ ਠੀਕ ਸੀ। ਸੋ ਇਸ ਕਰਕੇ ਜਦੋਂ ਵੀ ਆਪਾਂ ਕੋਈ ਕੰਮ ਕਰੀਏ ਸਾਡੀ ਨੀਅਤ ਠੀਕ ਹੋਣੀ ਚਾਹੀਦੀ ਹੈ। ਬਾਕੀ ਜਿਹੜਾ ਸੀਗਾ ਸਾਰਾ ਉੱਪਰ ਵਾਲਾ ਦੇਖਦਾ, ਉਹ ਜਿਹੜਾ ਸੀ ਤੁਹਾਨੂੰ ਆਪਣੇ ਆਪ ਬਚਾਏਗਾ, ਠੀਕ ਹੈ। ਸੋ ਵਾਂਸ ਅਗੇਨ ਡੈਫੀਨਿਟਲੀ ਗਾਈਡ ਇਨ ਸਮ ਆਫ ਦ ਪਰਸਪੈਕਟਿਵ। ਦੇयर ਯੂ ਗੋ ਕਰਦਾ ਤੇ ਮੇਨਲੀ ਬੜੀ ਖੁਸ਼ੀ ਹੁੰਦੀ ਹੈ ਜਦੋਂ ਆਪਣੀ ਉਮਰ ਦੇ ਲੋਕਾਂ ਨੂੰ ਸਰਕਾਰੀ ਜੋਬ ਮਿਲਦੀ ਹੈ। ਮੈਂ ਤੁਹਾਨੂੰ ਇੱਕ ਛੋਟਾ ਜਿਹਾ ਐਕਸਪੀਰੀਅੰਸ ਸ਼ੇਅਰ ਕਰਦਾ ਪਰਸੋਂ ਦਾ। ਐਕਚੁਅਲੀ ਸਰ ਨਾ ਮੇਰੇ ਗਾਈਡ ਵੀ ਹੈ ਤੇ ਮੇਰੇ ਫਰੈਂਡ ਵੀ ਹੈ। ਪਰਸੋਂ ਨਾ ਮੈਂ US ਐਮਬੈਸੀ 'ਚ ਗਿਆ ਸੀ, ਸਾਡਾ ਪ੍ਰੋਗਰਾਮ ਸੀ ਉਹਨਾਂ ਨੇ ਇੰਗਲਿਸ਼ ਲੈਂਗੁਏਜ ਦੇ ਰਿਗਾਰਡਿੰਗ, ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਪ੍ਰੋਗਰਾਮਿੰਗ ਚੱਲ ਰਹੀ ਸੀ ਤੇ ਸਾਡੇ ਨਾ ਉੱਥੇ ਮਤਲਬ 40 ਗਵਰਨਮੈਂਟ ਆਪਣੇ ਮੁਲਾਜ਼ਮ ਇਕੱਠੇ ਹੋਏ ਸੀ। ਉਹਨਾਂ ਨੇ ਇੱਕ ਮੈਸੇਜ ਸ਼ੇਅਰ ਕੀਤਾ ਸਾਡੇ ਨਾਲ, ਕਹਿੰਦੇ ਹੁਣ ਸਾਰੀਆਂ ਐਮਬੈਸੀਆਂ ਸਾਡੇ ਅਕੋਰਡਿੰਗ ਕਹਿੰਦੇ ਗਵਰਨਮੈਂਟ ਜੋਬ ਨਾ ਓਨਲੀ ਬਿਗ ਥਿੰਗ ਇਨ ਇੰਡੀਆ, ਜਿਸ ਨਾਲ ਸਾਨੂੰ ਲੱਗਦਾ ਵੀ ਜੇ ਤੁਸੀਂ ਗਵਰਨਮੈਂਟ EMPLOYE ਹੋ ਨਾ ਤਾਂ ਹੀ ਤੁਹਾਡਾ ਇੰਡੀਆ 'ਚ ਕੋਈ ਸਟੇਟਸ ਹੈ ਇਸ ਟਾਈਮ, ਸਿਕਿਉਰ ਸਟੇਟਸ। ਤੇ ਤੁਸੀਂ ਦੇਖੋ ਤੁਹਾਨੂੰ ਅੱਜ ਤੁਹਾਡੀ ਆਪਣੀ ਵੈਲਿਊ ਪਤਾ ਲੱਗ ਰਹੀ ਹੋਣੀ ਵੀ ਗਵਰਨਮੈਂਟ ਜੋਬ ਕਿੰਨੀ ਬਿਗ ਥਿੰਗ ਹੈ ਇੰਡੀਆ 'ਚ। ਸੈਕਿੰਡ, ਮੈਂ ਇੱਥੇ ਸਪੈਸ਼ਲ ਇਸ ਲਈ ਬੋਲਣ ਆਇਆ ਕਿ ਸਰ ਨਾਲ ਨਾ ਅਸੀਂ ਕਾਫੀ ਡਿਸਕਸ ਕਰਦੇ ਹਾਂ ਡੇਲੀ, ਈਵਨਿੰਗ ਵਾਕ ਔਰ ਈਵਨਿੰਗ ਅਸੀਂ ਮਿਲਦੇ ਹਾਂ। ਮੈਂ ਸਰ ਨੂੰ ਜਦੋਂ ਵੀ ਪੁੱਛਦਾ ਵੀ ਸਰ ਤੁਸੀਂ ਇੰਨੀ ਉਮਰ ਹੋ ਗਈ ਉਹਨੂੰ ਛੱਡ ਦਿਓ, ਮੈਂ ਕਾਮਨਲੀ ਇੱਕ ਕੁਐਸਚਨ ਪੁੱਛ ਲੈਂਦਾ ਤੇ ਇਹ ਫਿਰ ਪਤਾ ਕੀ ਰਿਪਲਾਈ ਕਰਨਗੇ, ਨਹੀਂ ਕਹਿੰਦੇ ਅੱਜ ਤਾਂ ਬਹੁਤ ਕੁਝ ਕਰਨਾ। ਕਹਿੰਦੇ ਸੋ ਨਾ ਤੂੰ ਮੈਨੂੰ ਕੋਈ ਇਹੋ ਜਿਹਾ ਸੋਸ਼ਲ ਇਸ਼ੂ ਦੱਸ, ਕੋਈ ਇਹੋ ਜਿਹਾ ਮੈਂ ਯੰਗਸਟਰ ਲਈ ਕੀ ਕਰ ਸਕਦਾ, ਕੋਈ ਰਿਮੋਟ ਹੋ ਰਿਹਾ ਪਿੰਡ, ਕੋਈ ਮਾਲਵੇ ਦੇ ਕਿਸੇ ਪਿੰਡ ਦੇ ਕੋਈ ਐਸੀ ਗੱਲ ਦੱਸ ਕਿ ਆਪਾਂ ਕਰ ਕੀ ਸਕਦੇ ਹਾਂ। ਤੇ ਤੁਸੀਂ ਯਕੀਨ ਨਹੀਂ ਮੰਨਣਾ ਜਿੰਨੇ ਇਹ ਪਰਸਨ ਖੁਸ਼ ਹੋਣਗੇ ਨੇ ਇਸ ਟਾਈਮ ਵੀ ਤੁਹਾਡੀ ਜੋਬ ਲੱਗੀ ਹੈ, ਕੋਈ ਹੋ ਹੀ ਨਹੀਂ ਸਕਦਾ। ਇਹ ਹਮੇਸ਼ਾ ਮੈਨੂੰ ਕਹਿਣਗੇ, ਤੁਸੀਂ ਇਹ ਵੀ ਦੇਖਿਆ ਹੋਣਾ ਵੀ ਜਿੰਨਾ ਚਿਰ ਪਰਫੈਕਸ਼ਨ ਨਹੀਂ ਆਉਂਦੀ ਸਟੱਡੀ 'ਚ ਇਹ ਸੈਟੀਸਫਾਈ ਨਹੀਂ ਹੁੰਦੇ। ਕੋਈ ਟੀਚਰ ਪੜ੍ਹਾ ਦੇ ਇਹਨਾਂ ਨੂੰ ਪੂਰਾ ਹੁੰਦਾ ਵੀ ਜੇ ਮੈਂ ਪੜ੍ਹਾ ਰਿਹਾ ਕੋਈ, ਤੁਸੀਂ ਇਹ ਵੀ ਦੇਖਿਆ ਹੋਣਾ ਅੱਜ ਤੱਕ ਕੋਈ ਤੁਹਾਡੇ 'ਚ ਜੇ ਤੁਹਾਡਾ ਇੰਟਰੈਕਸ਼ਨ ਰਿਹਾ ਤੁਹਾਨੂੰ ਕਦੇ ਮਨੀ ਮਾਈਂਡਡਨੈਸ ਨਹੀਂ ਲੱਗੀ ਹੋਣੀ ਐਜ਼ ਏ ਇੰਸਟੀਟਿਊਸ਼ਨ, ਐਜ਼ ਏ ਕੋਚਿੰਗ ਸੈਂਟਰ। ਹਮੇਸ਼ਾ ਹੁੰਦਾ ਇਹਨਾਂ ਨੂੰ ਕਿ ਮੈਂ ਕਰ ਕੀ ਸਕਦਾ ਬੱਚਿਆਂ ਲਈ, ਫਿਊਚਰ ਲਈ, ਯੰਗ ਜਨਰੇਸ਼ਨ ਲਈ। ਤੇ ਤੁਸੀਂ ਫਿਰ ਵੀ ਹੁਣ ਜਦੋਂ ਸਰਕਾਰੀ ਜੋਬ 'ਚ ਚਲੇ ਗਏ, ਮੈਂ ਵੀ ਇੱਕ ਗਵਰਨਮੈਂਟ EMPLOYE ਹਾਂ, ਠੀਕ ਹੈ, 6 ਈਅਰ ਮੇਰੀ ਸਰਵਿਸ ਹੈ। ਮੈਂ ਐਕਚੁਅਲੀ ਟੀਚਰ ਟ੍ਰੇਨਰ ਹਾਂ ਕਿ ਹਾਊ ਟੂ ਟੀਚ, ਅੱਗੇ ਟੀਚਰਾਂ ਨੂੰ ਟ੍ਰੇਨ ਕਰਨਾ ਗਵਰਨਮੈਂਟ ਜੋਬ 'ਚ। ਤੇ ਤੁਸੀਂ ਦੇਖਿਓ ਤੁਸੀਂ ਹੁਣ ਚਲੇ ਪਰ ਸਰ ਨਾਲ ਕਨੈਕਟ ਰਹੀਓ, ਤੁਹਾਨੂੰ ਹਮੇਸ਼ਾ ਹੋਰ ਤੁਸੀਂ ਜਿਵੇਂ ਆਪ ਜੋਬ ਲੱਗੇ ਹੋਰ ਦੀ ਹੈਲਪ ਕਰਿਓ ਵੀ ਕਿਵੇਂ ਉਹ ਅੱਗੇ ਇਸ ਫੀਲਡ 'ਚ ਆ ਸਕਦੇ ਨੇ। ਤੇ ਬਹੁਤ ਹੀ ਵੱਡੀ ਤੁਹਾਡੇ ਲਈ ਸੱਚੀ ਰੀਅਲੀ ਕੰਗ੍ਰੈਟਸ, ਤੁਹਾਡੇ ਲਈ ਸਕਸੈਸ ਦੀ ਗੱਲ ਹੈ ਕਿ ਤੁਸੀਂ ਜੋਬ 'ਚ ਆਏ ਹੋ, ਰੀਅਲੀ ਗ੍ਰੇਟ। Good ceremony. You could see the trophies lying over here waiting for you guys to touch your hands and all. So I would like Mr. Grover sir and Mr. Rastogi sir, Director Gyanam, to come on stage and hand you over the trophies of you, and you shall come on stage. Big round of applause for her. Congratulations to you. Moving forward with Sukhdeep Kaur from Patiala. Congratulations to her for this grand success. Next is Amarjeet from Hoshiarpur. Congratulations to him for his grand success.
Coming forward with Sukhwinder. करना सर क्लासेस तो बहुत लोड होगी उथे. A big round of applause for him too, guys. Next is Ravinder. Congratulations to you for this grand success, Ravinder. Followed by Bhupinder. Kindly come on stage. Next is Sahil Vashisht. Followed by Joginder from Mansa. Congratulations to you as well. Rajat to come on stage after him. Manpreet Kamboj is next. Followed by Karan from Mohali. Big round of applause. Talking about Mohali again, Balwant is next. Inclusive of the area of Tri-City from Chandigarh, Ranjot Singh to come on stage. Next is Sandeep to come on stage. Followed by Anmol Jot from Ludhiana. Jatinder Singh to come on stage next. Followed by Lovepreet Singh from Firozpur. A big round of applause. इस तो बाद ਅਸੀਂ लंच करना है जी, थोड़ी ताड़ियां बचा के रखियो चंगी तरह. Be loud. Sahil from Patiala is next. Kindly come on stage. Gurchain from Patiala to be next. Please come on stage and receive your well-earned trophy. Chamkaur to be next. Next on stage. Please give a huge round of applause. Stage and hand over some of her valuable feedback along with the trophies to the students. Please welcome ma'am. Please come on stage. We need you guys. Please give a round of applause for her. Sangrur to be talked about. Bikram is next. Next is Samrat from Ropar. Samrat from Ropar to come on stage. Akshay from Mansa. तालियां रुकनी नहीं चाहिए guys. Be loud. Gurjant Singh from Mohali is next. A big round of applause. A big round of applause, guys, from Gurjant Singh. Next is Rajni from Bhatinda. Harshdeep Kaur from Rajpura to come next. Gurpreet Kaur from Fatehgarh Sahib. Congratulations to you. Gurvinder Singh from Mansa to come next, followed by Satnam Singh from the same day.
Last but not the least, Satnam Singh. The list continues. You could not have some of the people over here. So digital trophies to them then. Imandeep from Kharad to come on stage next. A big round of applause, guys, for him. These were the entries that could come today. गुरु की महिमा को हम सब जानते हैं। आज हमारे साथ कोचिंग गुरु हैं डॉक्टर VMS ग्रोवर, ज्ञानम इंस्टीट्यूट के मैनेजिंग डायरेक्टर, जिनके यहाँ से पंजाब में पटवारी की नौकरी पाने वाले युवक भी हमारे साथ हैं। सबसे पहले आपका स्वागत है ब्रॉडकास्ट में। जब गुरु के शिष्य पा लेते हैं तो बड़ी खुशी होती है। आज आप ज्ञानम इंस्टीट्यूट ने जो एक राह दिखाई, जो एक रास्ता दिखाया, कैसा महसूस कर रहे हैं? ये खुशी तो बयान नहीं की जाती। जब अपने बच्चे अपने से, जब कहते हैं कि जब बाप का जूता है जो बेटे के पाँव में आना शुरू हो जाए तो जो है ना बाप फक्र महसूस करता है। और जब हमारा ये जो जितने भी बच्चे हैं ये हमारे बच्चों जैसे, तो ये जब नौकरी पाते हैं तो लगता है कि शायद हमने ज़िंदगी में कोई खुद मकाम हासिल कर लिया है। आज बस इतनी खुशी है कि उसको बयान करना मुश्किल है। वाकई बहुत बड़ी खुशी है। और कहते हैं कि कृतज्ञता का भाव, ग्रेटिट्यूड का भाव जीवन में माधुर्य। बोल के कल वहाँ चले, मस्ती का आलम साथ चला। हमारे अंदर